सो कहो टल गुर सेवियै, अहनिस सहज सुभाए। दर्शन परसे गुरु के, जन्म मरण दुख जाए। सतनाम वाहिगुरु साहिब जियो। मांझ महला तीजा, निर्मल शब्द निर्मल है बाणी। निर्मल जोत सब माहे समाणी। निर्मल शब्द निर्मल है बाणी। निर्मल जोत सब माहे समाणी। निर्मल बाणी हर सालाही, जप हर निर्मल मैल गवावणिया। हाँ वारी जियो वारी, सुखदाता मन वसावणिया। हर निर्मल गुर शब्द सलाही, शब्दो सुन तिसा मिटावणिया। रहा निर्मल नाम वसिया मन आए। मन तन निर्मल माया मोह गवाए। निर्मल गुण गावे नित साचे के, निर्मल नाद वजावणिया। निर्मल अमृत गुर ते पाया, विचों आप मुआ तिथै मोह न माया। निर्मल ज्ञान ध्यान यत निर्मल, निर्मल बाणी मन वसावणिया। जो निर्मल सेवे सो निर्मल होवै। हऊँ मैं महल गुर शब्दे धोवै। निर्मल वाजै अनहद धुन बाणी, दर सच्चै शोभा पावणिया। निर्मल ते सब निर्मल होवै। निर्मल मनुआ हर शब्द परोवै। निर्मल नाम लगे बड़ भागी, निर्मल नाम सुहावणिया। सो निर्मल जो शब्दे सो है, निर्मल नाम मन तन मोह है। सच नाम मल कदे न लागै, मुख ऊजल सच करावणिया। मन मैला है दूजै पाए, मैला चौंका मैलै थाए। मैला खाए फिर मैल वधाए, मनमुख मैल दुख पावणिया। मैले निर्मल सब हुक्म सबाए, से निर्मल जो हर साचे पहाए। नानक नाम वसै मन अंतर, गुरमुख मैल चुकावणिया। नानक नाम वसै मन अंतर, गुरमुख मैल चुकावणिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी। गुरु पातशाह जी की अजीम बख्शिश शाम समय ओंटारियो खालसा दरबार विखे इस गुरु संगत ਨੂੰ ਅਸੀਂ ਮਾਣ ਰਹੇ ਹਾਂ। ਗੁਰਬਾਣੀ ਕੀਰਤਨ ਆਪ ਦੋ ਪਲ ਪਹਿਲਾਂ ਸਰਵਨ ਕਰ ਰਹੇ ਸੀ। ਇਹ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ, ਜਿਸ ਵਿੱਚ ਲੜੀਵਾਰ ਰੂਪ ਅੰਦਰ ਮਾਝ ਰਾਗ ਦੇ ਗੁਰੂ ਅਮਰਦਾਸ ਪਾਤਸ਼ਾਹ ਦੇ ਸੰਦੇਸ਼ ਉਪਦੇਸ਼ ਅਸ਼ਟਪਦੀਆਂ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਨੇ। जो बचन आपने सरवण किया है, यदि तकरीर पिछे चल रही सी, कल बीते कल भी असी कर रहे थे, क्योंकि लंबेरे शब्द ने अजे असी ये जस्ट
ਪਹਿਲੇ 2 ਬੰਦ ਵਿਚਾਰੇ ਨੇ, ਅਗਲੇਰੇ ਬੰਦਾਂ ਦੇ ਵਿਚਾਰ ਅੱਜ ਕਰਾਂਗੇ। ਵਿਚਾਰ ਦੀ ਪ੍ਰਾਰੰਭਤਾ ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਤੋਂ, ਰਹਾਉ ਦੇ ਪਦੇ ਤੋਂ ਹੀ ਕਰਦੇ ਹਾਂ। ਸਾਹਿਬ ਜ਼ਿਕਰ ਕਰ ਰਹੇ ਸੀ ਕਿ ਹਾਂ ਵਾਰੀ ਜਿਉ ਵਾਰੀ ਸੁਖ ਦਾਤਾ ਮਨ ਵਸਾਵਣਿਆ। ਮੈਂ ਉਹਦੇ ਤੋਂ ਕੁਰਬਾਨ ਜਾਨਾ। ਗੁਰੂ ਅਮਰਦਾਸ ਸਾਹਿਬ ਆਪਣੇ ਤੇ ਬਾਤ ਟੁਕਾ ਕੇ ਕਹਿ ਰਹੇ ਨੇ, ਜਿਨ੍ਹਾਂ ਨੇ ਸੁਖ ਦਾਤਾ ਅਕਾਲ ਪੁਰਖ ਵਾਹਿਗੁਰੂ ਮਨ ਵਸਾਵਣਿਆ, ਆਪਣੇ ਮਨ ਵਿੱਚ ਵਸਾ ਲਿਆ ਹੈ। ਇੱਕ ਇੰਸਪੀਰੇਸ਼ਨ ਹੈ, ਇੱਕ ਪ੍ਰੇਰਨਾ ਆ ਸਾਡੇ ਲਈ। ਸੁਖ ਦਾ ਖਾਹਿਸ਼ਮੰਦ ਹੈ ਬੰਦੇ, ਤੇ ਜਿਹੜਾ ਸੁਖ ਦਾ ਸਭ ਤੋਂ ਵੱਡਾ ਸੋਰਸ ਆ, ਇਹ ਗੁਰਬਾਣੀ ਨੇ ਸਾਨੂੰ ਕਿਹਾ ਆ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਅਸਲ ਸੁਖਦਾਤਾ ਤੇ ਉਹੀ ਹੈ, ਉਹਦੀ ਸ਼ਰਨ ਫਰ, ਜਿਸ ਨੇ ਉਹਦੇ ਨਾਮ ਨੂੰ, ਉਹਦੀ ਹਸਤੀ ਨੂੰ, ਉਹਦੇ ਖਿਆਲ ਨੂੰ ਆਪਣੇ ਮਨ ਵਿੱਚ ਵਸਾ ਲਿਆ, ਉਹਦੇ ਨਿਰਮਲ ਭੈ ਭਾਵ ਵਿੱਚ ਆ ਗਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਮੈਂ ਉਹਦੇ ਤੋਂ ਕੁਰਬਾਨ ਜਾਨਾ ਆ। ਦੂਸਰੀ ਲਾਈਨ ਇਸ ਰਹਾਉ ਦੇ ਬੰਦ ਦੀ, ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ। ਹਰੀ ਦਾ ਨਾਮ ਮੈਲ ਰਹਿਤ ਹੈ ਤੇ ਸਾਨੂੰ ਮੈਲ ਰਹਿਤ ਕਰ ਸਕਦਾ ਹੈ। ਨਿਰਮਲ, ਪਵਿੱਤਰ, ਪਾਕ, ਸਾਫ਼ ਉਸ ਰੂਪ ਦੇ ਵਿੱਚ। ਤੇ ਇਹ ਜੋ ਪਾਕ ਸਾਫੀਅਤ ਆ, ਸ਼ਬਦੋ ਸੁਣ ਤਿਸਾ ਮਿਟਾਵਣਿਆ। ਸ਼ਬਦ ਦੇ ਜ਼ਰੀਏ ਸਰੋਤ ਦੇ ਰਿਸ਼ਤੇ ਦੇ ਨਾਲ ਤਿਸਾ ਕ੍ਰੇਵਿੰਗ, ਜਿਹੜੀ ਮੈਲ ਦੀ ਕ੍ਰੇਵਿੰਗ ਹੈ, ਮਤਲਬ ਇਹ ਕਿ ਮੈਲ ਕਿਸ ਲੈਵਲ ਤੇ ਬੰਦੇ ਨੂੰ ਅਪੀਲ ਕਰਦੀ ਹੈ। ਇਹਦੀਆਂ ਮਿਸਾਲਾਂ ਅਸੀਂ ਬੀਤੇ 'ਚ ਵੀ ਦੇ ਰਹੇ ਸੀਗੇ। ਨਸ਼ੇ ਨੇ, ਵਕਾਰ ਨੇ, ਮਾੜੀ ਸੰਗਤ ਹੈ, ਈਰਖਾ ਦੁਆਇਕ ਹੈ, ਹਰ ਚੀਜ਼ ਮੈਲ ਹੀ ਤੇ ਹੈ। ਅੱਛਾ ਕੀ ਹੈ, ਚੰਗਾ ਕੀ ਇਹਦੇ 'ਚ, ਬਟ ਇਟਸ ਵੈਰੀ ਅਪੀਲਿੰਗ ਐਂਡ ਪੀਪਲ ਆਰ ਗੋਇੰਗ ਟੂਵਰਡ ਦੈਟ ਸਾਈਡ ਵਿਦਾਊਟ ਇਵਨ ਹੈਜ਼ੀਟੇਟਿੰਗ। ਮਤਲਬ ਇਸ ਲੈਵਲ ਤੇ ਜਿਹੜੀ ਹੈ, ਸਭ ਕਹਿੰਦੇ ਇਹ ਤਿਸਾ ਆ, ਕ੍ਰੇਵਿੰਗ ਆ। ਇਹ ਬਾਣੀ ਸੁਣ ਕੇ, ਨਾਮ ਸੁਣ ਕੇ ਉਸ ਨਿਰਮਲ ਖਿਆਲਾਂ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਹੀ ਅਸੀਂ ਉਸ ਨੂੰ ਰੋਕ ਸਕਦੇ ਹਾਂ। ਇਹ ਰਹਾਉ ਦਾ ਬੰਦ ਹੈ। ਅੱਗੇ ਦੁਹਰਾਓ ਵਿੱਚ ਕੁਝ ਬਚਨ ਆਉਣਗੇ ਇਸ ਬਾਬਤ, ਜਿਹਦੀ ਵਿਚਾਰ ਅੱਗੇ ਕਰਦੇ ਰਵਾਂਗੇ। ਹੁਣ ਜੋ 3 ਨੰਬਰ ਪਦਾ ਆ, ਮਹਾਰਾਜ ਕਹਿੰਦੇ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਪਵਿੱਤਰ, ਪਰਮ ਪਦਵੀ ਬਖਸ਼ਣ ਵਾਲਾ, ਆਤਮਿਕ ਜੀਵਨ ਦੀ ਸਰਬੁਲੰਦਗੀ ਤੱਕ ਪਹੁੰਚਾਉਣ ਵਾਲਾ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਮੈਨੂੰ ਗੁਰੂ ਸੋਰਸ ਤੋਂ ਇਹ ਚੀਜ਼ ਮਿਲ ਗਈ। ਹੁਣ ਗੁਰੂ ਕਿਹੜਾ ਅੰਮ੍ਰਿਤ ਦੇ ਰਿਹਾ ਆ? ਗੁਰਬਾਣੀ 'ਚ ਜੇ ਪੜ੍ਹੀਏ ਤੇ ਗੁਰੂ ਸਾਹਿਬ ਕਹਿੰਦੇ ਗੁਰ ਰਸਨਾ ਅੰਮ੍ਰਿਤ ਬੋਲਦੀ, ਇਹ ਅੰਮ੍ਰਿਤ ਹੈ। ਗੁਰ ਰਸਨਾ ਅੰਮ੍ਰਿਤ, ਗੁਰ ਰਸਨਾ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਬਚਨ, ਬੋਲ, ਅਲਫਾਜ਼, ਹਰਫ, ਇਹ ਚੀਜ਼ਾਂ ਜਿਹੜੀਆਂ ਨੇ ਸਿੱਖੀ ਵਿਸ਼ਵਾਸ ਦੇ ਵਿੱਚ ਬਾਣੀ ਮਰਕਜ਼ੀ ਸਥਾਨ ਵਿੱਚ ਆ, ਸੈਂਟਰਲ ਬਿਲਕੁਲ ਸਾਡਾ ਜਿਹੜਾ ਹੈਗਾ ਧੁਰਾ ਆ। ਜਿਵੇਂ ਜਿਵੇਂ ਤੁਸੀਂ ਇਹਦੇ ਨਾਲ ਆਪਣੇ ਆਪ ਨੂੰ ਪ੍ਰਣਾਓਗੇ, ਜੋੜੋਗੇ, ਤੁਹਾਡੇ ਜੀਵਨ ਦਾ ਕਲਿਆਣ ਹੋ ਪਾਏਗਾ। ਅੱਜ ਦੀ ਦੁਨੀਆ 'ਚ ਤੇ ਬੜੇ ਸਫਿਸਟੀਕੇਟਡ ਵੇ ਦੇ ਨਾਲ, ਬੜੇ ਡਿਫਰੈਂਟ ਸਟਾਈਲਸ ਦੇ ਨਾਲ, ਤਰੀਕੇ ਦੇ ਨਾਲ ਲੋਕਾਂ ਨੂੰ ਗੱਲ ਸਮਝਾਈ ਜਾ ਰਹੀ ਹੈ ਕਿ if you want some kind of change, any transformation, any kind of uplifting, then there are certain steps toward this journey. ਉਹਦੇ 'ਚ ਜਿਹੜੇ ਸਟੈਪਸ ਫੋਲੋ ਕਰਾਏ ਜਾਂਦੇ ਨੇ, ਉਹ ਪਹਿਲਾ ਸਟੈਪ ਇਹ ਹੁੰਦਾ ਆ ਕਿ ਜੋ ਹੋਣਾ ਚਾਹੁੰਦੇ ਹੋ, ਜੋ ਬਣਨਾ ਚਾਹੁੰਦੇ ਹੋ, ਜਿੱਥੇ ਜਾਣਾ ਚਾਹੁੰਦੇ ਹੋ, ਉਹਦੇ ਬਾਰੇ ਨੌਲੇਜ ਅਕਵਾਇਰ ਕਰੋ, ਇਨਫੋਰਮੇਸ਼ਨ ਗੈਦਰ ਕਰੋ। ਇਹ ਪਹਿਲਾ ਸਟੈਪ ਆ। ਸੋ ਇਹ ਕਿਵੇਂ ਕਰੋਗੇ? ਜਿਵੇਂ ਅਸੀਂ ਕੁਝ ਆਤਮਿਕ ਜੀਵਨ ਦੀ ਸੋਝੀ ਲੈ ਕੇ, ਕੁਝ ਆਪਣੇ ਆਪ ਨੂੰ ਉਚੇਰੇ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਆ, ਬਾਣੀ ਪੜ੍ਹੋ, ਬਾਣੀ ਸੁਣੋ, ਸਿੰਪਲ ਇਸ ਲੈਵਲ ਤੇ। ਗੁਰੂ ਗ੍ਰੰਥ ਸਾਹਿਬ 'ਚੋਂ ਅਸੀਂ ਉਪਦੇਸ਼ ਪੜ੍ਹਦੇ ਹਾਂ। ਮਨੁੱਖ ਜੀ, ਜੇ ਸਪੋਜ਼ ਕਰੋ, ਸਮ ਟਾਈਮ ਪੀਪਲ ਆਸਕ ਵਾਈ ਆਈ ਹੈਵ ਦਿਸ ਹਿਊਮਨ ਲਾਈਫ, ਈਵਨ ਜ਼ਿੰਦਗੀ ਕਿਉਂ ਮਿਲੀ ਹੈ ਮੈਨੂੰ? And if we ask same question to Guru Granth Sahib Maharaj, then Maharaj is giving us very simple answer. Ayo sunan padn ko baani. That's why you get this life. ਹੁਣ ਇਸੇ ਚੀਜ਼ ਨੂੰ ਜੇ ਇਸ ਲੈਵਲ ਤੇ ਲੈ ਲਿਆ ਜਾਏ ਕਿ ਬਾਣੀ ਪੜ੍ਹਨੀ ਹੈ, ਬਾਣੀ ਸੁਣਨੀ ਹੈ, ਸੋ ਇਹ
ਅੰਮ੍ਰਿਤ ਬਾਣੀਆਂ, ਗੁਰਸਨਾ ਅੰਮ੍ਰਿਤ ਬੋਲਦੀ, ਕਿਆ ਇਹ ਸੋਰਸ ਆ? ਮੈਂ ਇਹਦੇ ਨਾਲ ਆਪਣੀ ਐਸੋਸੀਏਸ਼ਨ ਬਣਾਉਣੀ ਹੈਗੀ ਹੈ। ਆਪ ਦੇਖੋਗੇ ਕਿ ਮੈਂ ਜਿਹੜੀ ਐਬਰੀਜਨਸ ਕਮਿਊਨਿਟੀ ਦੇ ਕਈ ਪ੍ਰੋਗਰਾਮ ਉਹਨਾਂ ਦੇ ਸੁਣਦਾ ਦੇਖਦਾ ਕਾਫੀ ਸਾਰੇ, ਅਤੇ ਉਹ ਅੱਜ ਕੱਲ੍ਹ ਬੜੇ ਅਵੇਅਰ ਨੇ ਆਪਣੇ ਰਾਈਟਸ ਬਾਰੇ ਵੀ, ਬਹੁਤ ਸਾਰੀਆਂ ਚੀਜ਼ਾਂ ਬਾਰੇ, ਅਤੇ ਉਹਨਾਂ ਦੇ ਵਿੱਚੋਂ ਬਹੁਤ ਬੰਦੇ ਬੜੇ ਵੱਡੇ ਐਕਟਿਵਿਸਟ ਬਣ ਰਹੇ ਨੇ। ਉਹ ਹਿਊਮਨ ਰਾਈਟਸ ਬਾਰੇ ਡਿਫਰੈਂਟ ਜਿਹੜਾ ਹੈਗਾ ਸੁਸਾਇਟੀ ਦੇ ਕੰਪੋਨੈਂਟਸ ਦੇ ਵਿੱਚ ਆਪਣਾ ਰੋਲ ਪਲੇ ਕਰ ਰਹੇ ਨੇ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਉਸ ਲੈਵਲ 'ਤੇ ਲਿਆ ਜਾਂਦਾ, ਅਤੇ ਮੈਂ ਦੇਖਦਾ ਸੀਗਾ ਕਿ ਉਹ ਇੱਕ ਦੂਜੇ ਨੂੰ ਪੁੱਛਦੇ ਵੀ ਨੇ ਵੀ ਤੂੰ ਇਸ ਆਈਡੀਆ ਨਾਲ ਇੰਨਾ ਜ਼ਿਆਦਾ, ਤੇਰੀ ਐਸੋਸੀਏਸ਼ਨ ਕਿਵੇਂ ਬਣ ਗਈ, ਹਾਊ ਡੂ ਯੂ ਗੈਟ ਦਿਸ ਕਨੈਕਸ਼ਨ? ਅਤੇ ਉਹ ਕਈ ਵਾਰ ਕਹਿੰਦੇ, ਜਿਵੇਂ ਉਹ ਕਹਿੰਦੇ ਕਿ ਮੈਂ ਆਪਣੇ ਐਨਚੈਸਟਰਸ ਦੀਆਂ ਸਟੋਰੀਜ਼ ਸੁਣਦਾ ਸੀਗਾ, ਉਹਨਾਂ ਸਟੋਰੀਜ਼ ਨੇ ਮੈਨੂੰ ਇੰਨਾ ਅੰਗੇਜ ਕਰ ਲਿਆ ਆਪਣੇ ਨਾਲ ਕਿ ਉਹ ਹੈਰੀਟੇਜ, ਇਟ ਸੀਮਸ ਲਾਈਕ ਉਸ ਹੈਰੀਟੇਜ ਦੇ 'ਚ ਹੀ ਮੇਰੀ ਅਸਲ ਜ਼ਿੰਦਗੀ ਹੈ, ਉਸ ਤੋਂ ਬਿਨਾਂ ਮੈਂ ਜੀ ਨਹੀਂ ਸਕਦਾ। ਜੇ ਆਪਾਂ ਇਸੇ ਚੀਜ਼ ਨੂੰ ਬਾਣੀ 'ਚੋਂ ਪੜ੍ਹ ਲਈਏ ਤਾਂ ਬਾਣੀ ਕਹਿੰਦੀ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਆਪਣੇ ਬਜ਼ੁਰਗਾਂ ਦੀਆਂ, ਪੁਰਖਿਆਂ ਦੀਆਂ ਕਹਾਣੀਆਂ, ਬਾਤਾਂ, ਗੱਲਾਂ, ਇਹ ਬੰਦੇ ਨੂੰ ਇੱਕ ਨੈਕਸਟ ਲੈਵਲ ਤੇ ਲੈ ਆਉਂਦੀਆਂ ਨੇ। ਸੋ ਇਹੋ ਜਿਹੀ ਚੀਜ਼ ਜਿਹੜੀ ਏ, ਹੁਣ ਪੂਰਾ ਗੁਰੂ ਗ੍ਰੰਥ ਸਾਹਿਬ ਤੇ ਉਸ ਚੀਜ਼ ਨਾਲ ਭਰਿਆ ਪਿਆ, ਜਿਹਦੇ 'ਚ ਸਾਡੇ ਉਹਨਾਂ ਮਹਾਂਪੁਰਖਾਂ ਦੀਆਂ ਗੱਲਾਂ ਨੇ, ਉਹਨਾਂ ਦਾਨਸ਼ਮੰਦਾਂ ਦੀਆਂ ਗੱਲਾਂ ਨੇ, ਜਿਨ੍ਹਾਂ ਨੇ ਜੀਵਨ ਦੇ ਕਿਸੇ ਮਰਹਲੇ ਨੂੰ, ਕਿਸੇ ਵੱਡੇ ਜਿਹੜਾ ਉਸ ਚੀਜ਼ ਨੂੰ, ਲੈਵਲ ਨੂੰ ਅਚੀਵ ਕੀਤਾ ਆ। ਸੋ ਇਹ ਅੰਮ੍ਰਿਤ ਬਾਣੀ ਹੈ। ਇਸ ਬਾਣੀ ਨੂੰ ਜਿੰਨਾ ਤੁਸੀਂ ਸੁਣੋਗੇ, ਜਿੰਨਾ ਤੁਸੀਂ ਅੰਦਰ ਲੈ ਕੇ ਜਾਓਗੇ, ਉਹਦੇ ਨਾਲ ਤੁਹਾਡੀ ਅਪਲਿਫਟਿੰਗ ਹੋਏਗੀ। ਗੁਰੂ ਬਾਬਾ ਜੀ ਨੇ ਇੱਥੇ ਬਿਆਨ ਕੀਤਾ, ਨਿਰਮਲ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਮੈਂ ਆਪਣੇ ਗੁਰੂ ਤੋਂ ਪ੍ਰਾਪਤ ਕਰ ਰਿਹਾ ਵਾਂ। ਵਿੱਚੋਂ ਆਪ ਮੁਆ ਤਿੱਥੈ ਮੋਹ ਨਾ ਮਾਇਆ, ਵਿੱਚੋਂ ਆਪ ਮੁਆ ਤਿੱਥੈ ਮੋਹ ਨਾ ਮਾਇਆ। ਮੋਹ ਮਾਇਆ ਜਿੰਨਾ ਮੈਂ ਸੈਲਫਿਸ਼ ਹੋਵਾਂਗਾ, ਮੇਰ ਨਾਲ ਜੁੜਾਂਗਾ, ਉਤਨਾ ਮੀਨ ਹੋਵਾਂਗਾ, ਤੇ ਉਹਦੇ ਨਾਲ ਹੀ ਮੇਰੇ ਅੰਦਰ ਅਲਾਮਤ ਆਏਗੀ। ਬੰਦੇ ਦੀ ਸੈਲਫ ਜਿਹੜੀ ਹੈ ਉਹ ਹੈ ਡਿਵਾਈਨ, ਸੈਕਰੇਟ, ਬੜੀ। ਜਦੋਂ ਇਸ ਚੀਜ਼ ਨੂੰ ਨਹੀਂ ਸਮਝਦਾ, ਫਿਰ ਬੜਾ ਸੈਲਫਿਸ਼ ਹੋ ਕੇ ਮੀਨ ਹੋ ਜਾਂਦਾ ਹੈ, ਤੇ ਉਹ ਤੇ ਫਿਰ ਤੰਗ ਹੁੰਦਾ ਹੈ। ਐਕਚੁਅਲੀ ਜਿੰਨੇ ਅਸੀਂ ਜ਼ਿਆਦਾ ਸੈਲਫਿਸ਼ ਆ, ਉਹਨੇ ਜ਼ਿਆਦਾ ਤੰਗ ਹੋ ਰਹੇ ਆ। ਜਿੰਨੇ ਅਸੀਂ ਸੈਲਫਲੈਸ ਹੁੰਦੇ ਜਾਂਦੇ ਆ, ਉਤਨਾ ਵਜਨ ਹਟਦਾ ਜਾਂਦਾ ਹੈ। ਇਸ ਤਰੀਕੇ ਨਾਲ ਇਹਦੇ ਨਾਲ ਇਹ ਨਹੀਂ ਕਿ ਜ਼ਿੰਦਗੀ ਖਤਮ ਹੋ ਜਾਏਗੀ, ਨਾ ਨਾ ਨਾ, ਬਲਕਿ ਵਧੀਆ ਹੋ ਜਾਏਗੀ, ਚੰਗੇਰੀ ਹੋ ਜਾਏਗੀ। ਮਨੁੱਖ ਉਦੋਂ ਹੀ ਪੂਰਾ ਮਨੁੱਖ ਬਣਦਾ ਹੈ ਜਦੋਂ ਮਨੁੱਖ 'ਚ ਪਰਉਪਕਾਰਤਾ ਹੁੰਦੀ ਹੈ, ਜਦੋਂ ਮਨੁੱਖ ਦੂਜਿਆਂ ਲਈ ਜੀਣਾ ਸਿੱਖ ਜਾਂਦਾ ਹੈ। ਈਵਨ ਤੁਸੀਂ ਕਈ ਲੈਵਲ ਤੇ ਦੇਖੋਗੇ, ਵੀ ਆਰ ਐਕਚੁਅਲੀ ਗੋਇੰਗ ਥਰੂ ਦਿਸ COVID-19 ਸਿਚੁਏਸ਼ਨ, ਤੇ ਇਹਦੇ ਅੰਦਰ ਵੀ ਪਤਾ ਲੱਗ ਰਿਹਾ ਹੈ ਕਿ ਲੇਟਰ ਔਰ ਸੂਨਰ ਪੀਪਲ ਆਰ ਕੈਚਿੰਗ these actually ਜਿਹੜਾ ਹੈਗਾ ਵਾਇਰਸ, ਐਂਡ ਵੈਨ ਐਵਰ ਦੇ ਗੈਟ ਟਰੈਪਡ ਇਨ ਦੈਟ ਵਾਇਰਸ ਸਿਚੁਏਸ਼ਨ, ਉਹਨਾਂ ਨੂੰ ਪਹਿਲਾਂ ਤੇ, ਕਿਉਂਕਿ ਇਹਦੇ ਬਾਰੇ ਜਿਸ ਤਰੀਕੇ ਦਾ ਪ੍ਰਚਾਰ ਪ੍ਰਸਾਰ ਹੋਇਆ ਕਿ ਬੜਾ ਫੈਟਲ ਆ, ਬੜਾ ਮੋਰਟੈਲਿਟੀ ਰੇਟ ਹੈ ਇਹਦੇ 'ਚ ਕਾਫੀ ਜ਼ਿਆਦਾ, ਤੇ ਬੰਦੇ ਨੂੰ ਪਹਿਲਾਂ ਤੇ ਡਰ ਆਉਂਦਾ ਵੀ ਮਾਰੇ ਗਏ, ਇਟਸ ਓਵਰ, ਬਿਕੋਜ਼ ਆ ਗਿਆ ਤੇ ਆਪਾਂ ਹੁਣ ਡਾਨਿਆ, ਆਪਣਾ ਕੰਮ ਹੋ ਗਿਆ। ਪਰ ਐਕਚੁਅਲ ਲੈਵਲ ਤੇ ਇਹ ਬਾਤ ਦੇਖੀ ਗਈ ਕਿ ਜੇ ਬੰਦਾ ਉਸ ਤਰੀਕੇ ਨਾਲ ਸੋਚੇ, ਮੈਂ ਅੱਜ ਵੀ ਇੱਕ ਨਰਸ ਦਾ ਇੰਟਰਵਿਊ ਦੇਖ ਰਿਹਾ ਸੀਗਾ, ਜਿਹੜੀ ਐਮਰਜੈਂਸੀ ਦੇ ਵਿੱਚ 4 ਮਹੀਨੇ ਰਹੀ ਲਗਾਤਾਰ ਕੰਮ ਕਰਦਿਆਂ ਹੋਇਆਂ, ਉਹਦੇ ਦੌਰਾਨ ਉਸ ਨੂੰ 2 ਵਾਰੀ ਪੋਜ਼ਿਟਿਵ ਹੋਇਆ, ਪਰ ਉਹਦੇ ਬਾਵਜੂਦ ਵੀ ਉਹ ਇੱਕ ਵਾਰੀ ਪੋਜ਼ਿਟਿਵ ਹੋਇਆ ਤੇ ਆਈਸੋਲੇਟ ਹੋਈ ਹੈ, ਫਿਰ ਕੰਮ ਦੇ ਵਾਪਸ ਚਲੀ ਗਈ, ਹੁਣ ਫਿਰ ਪੋਜ਼ਿਟਿਵ ਹੋਇਆ ਤੇ ਹੁਣ ਉਹ ਆਈਸੋਲੇਸ਼ਨ ਵਿੱਚ ਹੈ। ਤੇ ਉਹਨੂੰ ਸਟਿਲ ਉਹ ਪੁੱਛਦਾ ਹੈ ਕਿ ਆਰ ਯੂ ਸਟਿਲ ਵਿਲਿੰਗ ਟੂ ਗੋ? ਉਹ ਕਹਿੰਦੀ ਯੈਸ, ਵਾਈ ਨਾਟ, ਮੈਂ ਤੇ ਬਲਕਿ ਉਡੀਕ ਹੀ ਰਹੀ ਹਾਂ ਵੀ ਜਦੋਂ ਨੈਗੇਟਿਵ ਆਇਆ, ਆਈ ਵਿਲ ਬੀ ਦੇਅਰ। ਤੇ ਉਹ ਕਹੇ ਕਾਰਨ ਕੀ ਹੈ? ਉਹ ਕਹਿੰਦੇ ਕਾਰਨ ਇਹ ਹੈ ਵੀ ਮੈਂ ਲੋਕ ਦੇਖੇ ਕਿ ਮੈਨੂੰ ਤੇ ਬੜਾ, ਪਹਿਲਾਂ ਤੇ ਮਾਈਨਰ ਸੀਗਾ, ਦੂਜੀ ਵਾਰੀ ਸਵੇਰ ਹੋ ਗਿਆ। ਜਦੋਂ ਮਾਈਨਰ ਵੀ ਸੀਗਾ, ਮੈਂ ਉਦੋਂ ਦੇਖ ਰਹੀ ਸੀਗੀ ਕਿ ਇਸ ਮਾਈਨਰ ਦੇ ਬਾਬਤ ਮੈਂ, ਲੋਕੀ ਜਦੋਂ ਕਹਿੰਦੇ ਸੀਗੇ, ਸਪੋਜ਼ ਕਰੋ ਉੱਥੇ ਹੀ ਉਸੇ ਵਾਰਡ ਦੇ ਵਿੱਚ ਜੇ ਕਿਸੇ ਨੂੰ ਹੋ ਰਿਹਾ ਖਾਂਸੀ, ਨਜ਼ਲਾ, ਜ਼ੁਕਾਮ ਵੱਧ ਰਿਹਾ ਹੈ, ਕੁਝ ਜਿਹੜਾ ਹੈਗਾ ਸਟਿਫਨੈਸ ਵੱਧ ਰਹੀ ਹੈ, ਤੇ ਮੈਂ ਉਹਨੂੰ ਕਹਿੰਦਾ ਸੀ, ਮੈਂ ਕਿਹਾ ਤੈਨੂੰ ਤੇ ਅਜੇ ਆ ਜਿਹੜੀ ਹੈਗੀ ਸਟਿਫਨੈਸ ਇੰਨੀ ਕਿ ਉਹ ਫਲਾਣੇ ਵੱਲ ਦੇਖੋ, ਉਹਨੂੰ ਇਦੋਂ ਵੀ ਜ਼ਿਆਦਾ ਹੈਗੀ ਹੈ, ਉਹ ਠੀਕ ਠਾਕ ਸਾਹ ਲੈ ਰਿਹਾ, ਤੂੰ ਕਿਉਂ ਨਹੀਂ ਲੈ ਸਕਦਾ? ਤੂੰ ਕਿਉਂ ਰੋਈ ਜਾਂਦਾ? ਤੇਰਾ ਕਿਉਂ ਜਿਹੜਾ ਹੈਗਾ ਗਲਾ ਗਰਾਸ ਰੁਕੀ ਜਾਂਦਾ ਹੈਗਾ? ਹੌਸਲਾ ਰੱਖ, ਕੋਈ ਗੱਲ ਨਹੀਂ। ਇਟਸ ਐਕਚੁਅਲੀ ਇਟਸ
virus. It will take time, but you have the ability to breathe, to live. You can live. ਉਹ ਕਹਿੰਦੀ ਇਹੋ ਜਿਹੀਆਂ ਚੀਜ਼ਾਂ ਮੈਂ ਉਹਨਾਂ ਨੂੰ ਖੁਦ ਸਿਖਾਉਂਦੀ ਸੀ ਉਸ ਤਰੀਕੇ ਦੇ ਨਾਲ। ਤੇ ਹਕੀਕਤ ਇਹ ਹੈ, ਡੇਲੀ ਮੈਂ ਕੁਝ ਬਰੀਫਿੰਗ ਵੀ ਦੇ ਰਹੀ ਸੀ, ਜਿਹੜਾ ਸਟਾਫ ਉੱਤੇ ਬਾਅਦ 'ਚ ਕੰਮ ਕਰ ਰਿਹਾ ਸਾਰਾ, ਉਸ ਸਾਰੇ ਦੇ ਵਿੱਚ ਕਹਿੰਦੀ ਮੈਂ ਤੈਨੂੰ ਬਲੀਵ ਕਰੇਗਾ ਤੂੰ, ਜਿਹਨੂੰ ਇੰਟਰਵਿਊ ਕਰਨ ਦੱਸ ਰਹੀ, ਕਹਿੰਦੀ ਕਿ ਮੈਨੂੰ ਮੋਸਟਲੀ ਇਹ ਭੁੱਲ ਵੀ ਜਾਂਦਾ ਸੀ ਉਹ 14-15 ਦਿਨਾਂ ਦੇ ਵਿੱਚ ਕਿ ਮੈਨੂੰ ਵੀ ਕੁਝ ਹੋਇਆ। I was so involved with actually people who are dealing with issues, who are actually themselves sick. I was totally living with their pain. ਜਿਹੜਾ ਬੰਦਾ ਦੂਜੇ ਦੀ ਤਕਲੀਫ, ਦੂਜੇ ਦੀ ਵੇਦਨ, ਦੂਜੇ ਦੀ ਪੀੜਾ 'ਚ ਜੀਣਾ ਸਿੱਖ ਜਾਏ, ਆਪਣੀ ਪੀੜਾ ਕਿੱਥੇ ਤੰਗ ਕਰਦੀ ਉਹਨੂੰ, ਆਪਣੀ ਪੀੜਾ ਬਹੁਤ ਪਿੱਛੇ ਤੁਰ ਜਾਂਦੀ। ਇਹ ਤੇ ਉਹੀ ਹੈ ਜਿਹੜਾ ਬੰਦਾ ਸੈਲਫਿਸ਼ ਹੋ ਗਿਆ, ਜਿਹਨੂੰ ਲੱਗਦਾ ਵੀ ਨਾ ਮੈਨੂੰ ਜੇ ਕੁਛ ਹੋ ਗਿਆ ਨਾ ਤੇ ਪਤਾ ਨਹੀਂ ਕੀ ਹੋ ਜਾਏਗਾ, ਮੇਰੀ ਜਿਹੜੀ ਮੈਂ ਬਚਣਾ ਚਾਹੀਦਾ। ਇੱਥੇ ਮੋਹ ਮਾਇਆ ਫਿਰ ਬੜਾ ਤੰਗ ਕਰਦੀ ਹੈ। ਫਿਰ ਸੱਚ ਇਹ ਹੈ, ਤਕਲੀਫਾਂ ਵੀ ਜ਼ਿਆਦਾ ਆਉਂਦੀਆਂ ਨੇ ਤੇ ਤੰਗ ਵੀ ਜ਼ਿਆਦਾ ਕਰਦੀਆਂ। ਇੱਥੇ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਸੱਚ ਇਹ ਹੈ ਕਿ ਵਿੱਚੋਂ ਆਪ ਮੂਆ, ਜਦੋਂ ਮੈਂ ਹੈ ਹੀ ਨਹੀਂ, ਸੈਲਫਲੈਸ ਹੁੰਦਾ ਲਗਾ ਜਾ ਰਿਹਾ ਵਾਂ, ਤਿੱਥੇ ਮੋਹ ਨਾ ਮਾਇਆ। ਫਿਰ ਮੋਹ ਮਾਇਆ ਕਾਦੀ, ਫਿਰ ਲਬਰੇਜ਼ ਕਾਦੀ, ਫਿਰ ਬੰਦਾ ਬਿਲਕੁਲ ਸੈਲਫਲੈਸ ਹੋ ਕੇ ਜੀਣ ਦੀ ਜਾਚ ਸਿੱਖ ਜਾਂਦਾ ਹੈਗਾ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਜਿਵੇਂ ਗਿਆਨ ਧਿਆਨ ਵੀ ਹੈ, ਇਹ ਵੀ ਬੜਾ ਪਵਿੱਤਰ ਪਾਕ ਲੈਵਲ ਤੇ ਬੰਦੇ ਨੂੰ ਲੈ ਆਵੇ। ਹੁਣ ਇਸ ਤਰ੍ਹਾਂ ਜਾਣੋ ਕਿ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਬਚਨ ਪੜ੍ਹਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਮਤਲਬ ਮੇਰੇ ਕੋਲ ਨਾ ਗਿਆਨ ਆ, ਨਾ ਧਿਆਨ ਹੈ, ਨਾ ਰੱਬਾ ਤੇਰੀ ਕਿਸੇ ਸਾਰ ਹੈ, ਮੈਨੂੰ ਤਾਂ ਪਤਾ ਹੀ ਨਹੀਂ ਤੂੰ ਕਿੱਡਾ ਵੱਡਾ, ਕਿੱਡੀ ਹਸਤੀ ਹੈ ਇਹ ਸਭ ਚੀਜ਼ਾਂ ਦੇ ਵਿੱਚ। ਸੋ ਇਹੋ ਜਿਹੇ ਲੈਵਲ ਤੇ ਬਾਤ ਵੀ ਕੀਤੀ ਕਿ ਸਾਡੇ ਕੋਲ ਕੁਝ ਨਹੀਂ ਗਾ, ਪਰ ਇਹ ਸੱਚਾਈ ਹੈ ਕਿ ਬੰਦੇ ਨੂੰ ਗਿਆਨ ਵੀ ਅਖਤਿਆਰ ਕਰਨਾ ਪੈਂਦਾ ਆ। ਜਿਵੇਂ ਜਪਜੀ ਸਾਹਿਬ ਦੇ ਵਿੱਚ ਪੂਰਾ ਗਿਆਨ ਖੰਡ ਲਿਖਿਆ ਗੁਰੂ ਬਾਬਾ ਜੀ ਨੇ, ਤੇ ਸਾਡੇ ਲਈ ਡਿਊਟੀ ਵੀ ਲਾਈ ਕਿ ਮਨ ਸਮਝਾਵਨ ਕਾਰਨ ਹੈ ਕਛੂਕ ਪੜ੍ਹੀਐ ਗਿਆਨ। ਅਲਟੀਮੇਟਲੀ ਕੁਛ ਨਾ ਕੁਛ ਗਿਆਨ ਤੇ ਹਾਸਲ ਕਰਨਾ ਪਏਗਾ ਤੈਨੂੰ। ਧਿਆਨ ਦੀ ਗੱਲ ਵੀ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ, ਕਿਆ ਕਰੇ ਵਿਚਾਰੀਆ। ਸੱਚੀ ਲਿਵ ਦੇਹ ਦੇ ਵਿੱਚ ਉਸ ਕਿਸਮ ਮੈਡੀਟੇਸ਼ਨ ਦੀ ਗੱਲ ਵੀ ਆ ਰਹੀ ਥੋੜੀ ਬਹੁਤੀ ਉਸ ਲੈਵਲ ਤੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਲਾਜ਼ਮੀ ਨੇ। ਤੇ ਇਹ ਨਿਰਮਲ ਦਾ ਮਾਇਨਾ ਵੀ ਇਹ ਹੈ, ਜਿਵੇਂ ਭਾਰਤੀ ਖਿੱਤੇ 'ਚ ਲੋਕੀ ਹਜ਼ਾਰਾਂ ਸਾਲਾਂ ਤੋਂ ਕੁਝ ਇਹੋ ਜਿਹੇ ਧਿਆਨ ਗਿਆਨ ਵਾਲੇ ਕਰਮ ਕਰਦੇ ਰਹੇ, ਚਲੀਹੇ ਕੱਟਣੇ, ਹੋਰ ਇਹੋ ਜਿਹੀਆਂ ਮੈਡੀਟੇਸ਼ਨ, ਤੰਤਰਕ ਵਿਦਿਆਵਾਂ ਕਰਨੀਆਂ, ਇਹ ਸਭ ਕਰਨਾ, ਗਿਆਨ ਵੀ ਅਖਤਿਆਰ ਕਰਦੇ ਰਹੇ। ਪਰ ਇਹ ਗਿਆਨ ਧਿਆਨ ਨਿਰਮਲ, ਮੈਲ ਰਹਿਤ, ਪਵਿੱਤਰ, ਪਾਕ, ਸਾਫ਼, ਸੋਝੀ ਦੇਣ ਵਾਲਾ, ਉਹਦੀ ਬਾਤ ਗੁਰੂ ਮਹਾਰਾਜ ਕਰਦੇ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜਦੋਂ ਇਹ ਚੀਜ਼ ਆ ਗਈ, ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਦ ਮਸਾਵਣਿਆ, ਇਹਨੇ ਮੈਨੂੰ ਅਤ ਨਿਰਮਲ ਕਰਤਾ। ਇਹ ਜਿਹੜੀ ਲੈਵਲ ਆਇਆ ਕਿ ਮੈਂ ਸੱਚਾ ਸੁੱਚਾ ਗਿਆਨ ਕਮਾਇਆ, ਉਸ ਤਰੀਕੇ ਨਾਲ ਆਪਣੇ ਆਪ ਨੂੰ ਸੰਭਾਲਿਆ, ਇਹਦੇ ਨੇ ਮੇਰੇ ਜੀਵਨ ਦੇ ਵਿੱਚ ਅਤ ਦੀ ਨਿਰਮਲਤਾ, ਭਾਵ ਸੁਪੀਰੀਅਰ ਲੈਵਲ ਜਨਰੇਟ ਕੀਤਾ। ਤੇ ਫਿਰ ਨਿਰਮਲ ਬਾਣੀ ਮਨ ਵਸਾਵਣਿਆ, ਨਿਰਮਲ ਬਾਣੀ ਮਨ ਵਸਾਵਣਿਆ। ਮੈਂ ਬੀਤੇ 'ਚ ਬੇਨਤੀ ਕੀਤੀ ਸੀ, ਕੁਝ ਚੀਜ਼ਾਂ ਰੈਪੀਟੀਸ਼ਨ 'ਚ ਆਉਣਗੀਆਂ, ਕੁਝ ਚੀਜ਼ਾਂ ਸਟੇਜ ਬਾਏ ਸਟੇਜ ਡਿਫਰੈਂਟ ਵੀ ਹੋਣਗੀਆਂ ਨਾ ਸ਼ਬਦਾਂ ਦੇ ਵਿੱਚ। ਜਿਵੇਂ ਨਿਰਮਲ ਬਾਣੀ ਮਨ ਵਸਾਵਣਿਆ, ਹਾਲਾਂਕਿ ਬਾਤ ਸ਼ੁਰੂ ਹੀ ਹੋਈ ਸੀਗੀ ਕਿ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ। ਮੈਨੂੰ ਯਾਦ ਆ ਸਾਡੇ ਸੰਥਿਆ ਦੀ ਕਲਾਸ ਚੱਲਦੀ ਹੁੰਦੀ ਸੀ ਇੰਸਟੀਟਿਊਸ਼ਨ ਦੇ ਵਿੱਚ, ਜਦੋਂ ਗੁਰਮਤਿ ਇੰਸਟੀਟਿਊਸ਼ਨ ਪੜ੍ਹਾਈ ਦੇ ਦੌਰਾਨ। ਤੇ ਇੱਕ ਦਿਨ ਕਿ ਵੈਸੇ ਸਾਡੀ ਕੋਈ 7 ਘੰਟੇ ਦੀ ਸਿਟਿੰਗ ਹੁੰਦੀ ਸੀ, ਵਿੱਚ ਛੋਟੀਆਂ 2-3 ਬ੍ਰੇਕਾਂ ਦੇ ਨਾਲ। ਤੇ ਬੜੇ ਸਕਾਲਰ ਲੋਕ ਪੜ੍ਹਾਉਣ ਲਈ ਆਉਂਦੇ ਸੀਗੇ। ਕੋਈ ਮਤਲਬ ਉੱਥੇ ਕਿਤੇ ਡਾਕਟਰ ਹਰਕੀਰਤ ਸਿੰਘ ਆ ਰਿਹਾ ਹੈਗਾ, ਕਿਤੇ ਕੋਈ ਸੱਜਣ ਜਿਹੜੇ ਨੇ ਜਿਹੜੇ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਰਿਟਾਇਰਡ ਪ੍ਰਿੰਸੀਪਲ ਸੀ ਗੁਰਮਤਿ ਕਾਲਜ, ਮਤਲਬ ਐਸੀਆਂ ਰੂਹਾਂ ਜਿਹੜੀਆਂ ਨੇ ਉਹ ਆਉਂਦੀਆਂ, ਬੜੀ ਡਿਟੇਲ ਡਿਸਕਸ਼ਨਸ ਹੁੰਦੀ, ਬੜਾ ਕੁਛ ਉੱਥੇ ਚੱਲਦਾ। ਤੇ ਉਹ ਸਭ ਚੀਜ਼ਾਂ ਚੱਲਦੀਆਂ। ਤੇ ਉਹਦੇ ਦਰਮਿਆਨ ਸਾਨੂੰ ਕੋਈ ਡਿਸਟਰਬੈਂਸ, ਕੋਈ ਕਿਸੇ ਕਿਸਮ ਦੇ ਨਾਲ ਪ੍ਰਿੰਸੀਪਲ ਸਾਹਿਬ ਬਹੁਤ ਸਖਤ ਸੀ, ਉਹ ਕਹਿੰਦੇ ਨੋ ਕੋਈ ਡਿਸਟਰੈਕਸ਼ਨ ਨਹੀਂ ਹੋਣੀ ਚਾਹੀਦੀ, ਦੈਟ ਇਜ਼ ਵੈਰੀ, ਇਹ ਸਭ ਤੋਂ ਪਾਰਟ ਜਿਹੜਾ ਜ਼ਰੂਰੀ ਹੈ ਇਹਨਾਂ ਦਾ, ਗੁਰਬਾਣੀ ਦੇ ਨਾਲ ਇਹਨਾਂ ਦਾ ਆਤਮ ਸਾਥ ਹੋਣਾ। ਤੇ 7-8 ਘੰਟੇ ਦੀ ਸਿਟਿੰਗ ਲਗਾਤਾਰ ਤੇ ਕਈ ਮਹੀਨੇ ਚੱਲੀ।
ਤੇ ਉਹਦੇ 'ਚ ਇੱਕ ਦਿਨ ਕੀ ਹੋਇਆ ਕਿ ਅਸੀਂ ਉੱਥੇ ਬੈਠੇ ਲੈ ਰਹੇ ਹਾਂ, ਸੰਥਿਆ ਪੰਕਤੀ ਬਾ ਪੰਕਤੀ ਡਿਸਕਸ ਹੁੰਦਾ, ਇੱਕ ਪੰਕਤੀ ਪੜ੍ਹਦੇ ਉੱਤੇ ਡਿਸਕਸ਼ਨ ਹੁੰਦੀ, ਨੈਕਸਟ ਪੰਕਤੀ, ਕਈ ਵਾਰੀ ਇੱਕ ਇੱਕ ਸ਼ਬਦ ਇੱਕ ਇੱਕ ਪੰਕਤੀ ਕਈ ਕਈ ਘੰਟੇ ਡਿਸਕਸ਼ਨ ਚੱਲਦੀ ਉਹਦੇ ਉੱਤੇ। ਤੇ ਅੱਜ ਅਸੀਂ ਉੱਥੇ ਬੈਠੇ, ਸਾਡਾ ਸੰਥਿਆ ਦਾ ਸੈਸ਼ਨ ਚੱਲ ਰਿਹਾ ਤੇ ਇੱਕ ਬਜ਼ੁਰਗ ਆ ਗਏ। ਉਹ ਪਤਾ ਨਹੀਂ ਕਿਵੇਂ, ਪਤਾ ਨਹੀਂ ਉਹ ਜਿਹੜਾ ਹੈਗਾ ਸਿਕਿਉਰਿਟੀ ਵਾਲਾ ਸੀਗਾ ਜਿਹੜਾ ਗੇਟ ਤੇ, ਉਹ ਕਿਤੇ ਸੱਜੇ ਖੱਬੇ ਚਲਾ ਗਿਆ ਪਹਿਰੇਦਾਰ। ਉਸ ਤੋਂ ਬਾਅਦ ਆਫਿਸ ਸੀਗਾ, ਆਫਿਸ ਵਿੱਚ ਕਈ ਵਾਰੀ ਕੋਈ ਟਰੈਜ਼ਰਸ ਜਿਹੜੇ ਬੈਠੇ ਹੁੰਦੇ ਸੀਗੇ, ਟਰੈਜ਼ਰਸ ਵਗੈਰਾ, ਉਹ ਵੀ ਨਹੀਂ ਹੈਗੇ ਸੀ ਉੱਥੇ। ਤੇ ਉਹਨਾਂ ਤੋਂ ਵੀ ਆ ਗਿਆ ਅੱਗੇ, ਬਿਲਕੁਲ ਉਹ ਕਲਾਸ 'ਚ ਪਹੁੰਚ ਗਿਆ। ਜਦੋਂ ਪਹੁੰਚਿਆ ਤਾਂ ਉਹਨੇ ਜਾ ਕੇ ਫਤਿਹ ਬੁਲਾਈ, ਸਾਰੇ ਵੇਖਣ ਲੱਗ ਗਏ ਵੀ ਇਹ ਸਾਨੂੰ ਡਿਸਟਰਬ ਕਰਨ ਲਈ ਕੌਣ ਆ ਗਿਆ। ਇਸ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਕੁਝ ਬੋਲਦੇ ਤੇ ਉਹ ਬਜ਼ੁਰਗ ਹੱਥ ਜੋੜ ਕੇ ਕਹਿੰਦਾ ਵੀ ਮਾਫੀ ਚਾਹਾਂਗਾ, ਮੈਂ ਤੁਹਾਨੂੰ ਇੱਥੇ ਤੰਗ ਕਰ ਰਿਹਾ ਆ ਕੇ, ਪਰ ਗੱਲ ਇਹ ਹੈ ਕਿ ਤੁਸੀਂ ਬੜੇ ਸਿਆਣੇ ਲੋਕ ਹੋ, ਦਾਨੇ ਲੋਕ ਹੋ, ਇਹਨਾਂ ਬੱਚਿਆਂ ਨੂੰ ਤੁਸੀਂ ਧਾਰਮਿਕ ਸਿੱਖਿਆ ਦੇ ਰਹੇ ਹੋ ਤੇ ਮੈਂ ਧਾਰਮਿਕ ਸਕੂਲ ਦਾ ਵਿਦਿਆਰਥੀ ਹਾਂ, ਜਨਮਜਾਤ ਉਦੋਂ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਵਿੱਚੋਂ ਆ ਰਿਹਾ। ਮੇਰੇ ਕੁਝ ਬੇਸਿਕ ਜਿਹੇ ਕੁਐਸਚਨਸ ਨੇ, ਮੈਂ ਉਹ ਕੁਐਸਚਨ ਪੁੱਛ ਕੇ ਇੱਥੇ ਖੜਾ ਹੀ ਜਵਾਬ ਲੈ ਕੇ ਚਲਾ ਜਾਵਾਂਗਾ, ਤੁਹਾਨੂੰ ਬਹੁਤਾ ਤੰਗ ਨਹੀਂ ਕਰਦਾ, ਬਸ ਮੇਰੇ ਕੁਝ ਸਵਾਲ। ਇਸ ਤੋਂ ਪਹਿਲਾਂ ਕਿ ਪ੍ਰਿੰਸੀਪਲ ਸਾਹਿਬ ਨੂੰ ਇੰਟਰਵੀਨ ਕਰਕੇ ਕਹਿੰਦੇ ਭਾਈ ਫੇਰ ਆਈ ਤੂੰ, ਸਾਡਾ ਬੜਾ ਜ਼ਰੂਰੀ ਕੰਮ, ਇਸ ਕਲਾਸ ਚੱਲ ਰਹੀ ਹੈ ਬੱਚੇ। ਉਹਨੇ ਫਟਾਫਟ ਆਪਣੀ ਗੱਲ ਸ਼ੁਰੂ ਕਰਤੀ, ਕਹਿੰਦਾ ਜੀ ਗੱਲ ਇਹ ਹੈ ਵੀ ਜਿਹੜੀ ਬਾਣੀ ਤੁਸੀਂ ਪੜ੍ਹ ਰਹੇ ਹੋ ਇੱਥੇ, ਸੇਮ ਬਾਣੀ ਨਿਤਨੇਮ ਵਿੱਚ ਮੈਂ ਪੜ੍ਹਦਾ, ਰੋਜ਼ ਪੜ੍ਹਦਾ, ਰੂਟੀਨ 'ਚ ਸਾਲਾਂ ਤੋਂ ਪੜ੍ਹ ਰਿਹਾ। ਇੱਧਰ ਜਪਜੀ ਸਾਹਿਬ ਪੜ੍ਹਦਾ, ਸ਼ੁਰੂ ਕਰਦਾ, ਉਧਰ ਮਨ ਦੀ ਆਪਣੀ ਦੁਨੀਆ ਚੱਲ ਜਾਂਦੀ ਹੈ, ਆਪਣੇ ਫੁਰਨੇ। ਹਾਲਤ ਇਹ ਬਣਦੀ ਕਈ ਵਾਰੀ ਕਿ ਅਜੇ ਹੁਕਮ ਦੀ ਪੌੜੀ ਪੜ੍ਹ ਰਿਹਾ ਹੁੰਨਾ ਤੇ ਗਾਵੇ ਦੀ ਪੌੜੀ ਤੇ ਪਹੁੰਚ ਜਾਣਾ, ਤੇ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਜਿਹੜੀਆਂ ਹੁਕਮ ਦੀਆਂ ਸਾਰੀਆਂ ਲਾਈਨਾਂ ਮੈਂ ਹੀ ਪੜ੍ਹੀਆਂ ਨੇ, ਸੁਰਤ ਤੇ ਹੈ ਹੀ ਨਹੀਂ ਸੀ ਵਿੱਚ। ਅਜੇ ਗਾਵੇ ਜਿਹੜਾ ਪੜ੍ਹ ਰਿਹਾ ਹੁੰਨਾ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਮੈਂ ਸੁਣਿਆ ਦੀਆਂ ਪੌੜੀਆਂ ਤੇ ਪਹੁੰਚ ਚੱਲਾਂ ਤੇ ਪਿਛਲੀਆਂ ਪੌੜੀਆਂ ਕਿੱਧਰ ਗਈਆਂ। ਕਹਿੰਦਾ ਬਸ ਇੰਨਾ ਕੀ ਸਵਾਲ ਹੈ ਮੇਰਾ, ਇਹ ਤਰਸ ਕਰੋ ਕਿ ਇਹ ਸਭ ਕੀ ਚੱਲ ਰਿਹਾ ਹੈ। ਤੇ ਸਾਲਾਂ ਦੇ ਸਾਲ ਲੰਘ ਚੱਲੇ ਨੇ, ਵਡੇਰੀ ਉਮਰ ਆ, ਪਤਾ ਨਹੀਂ ਦਰਿਆਵੇ ਕੰਨੇ ਰੁਖੜਾ ਕਦੋਂ ਕਿਸ ਵਕਤ ਹੋ ਜਾਣਾ, ਮਦਦ ਚਾਹੀਦੀ ਹੈ, ਉਸ ਵਾਸਤੇ ਆਇਆ। ਅੱਛਾ, ਸਵਾਲ ਹੁਣ ਉਹਦਾ ਸੀਗਾ। ਇਸ ਤੋਂ ਪਹਿਲਾਂ ਕਿ ਸ਼ਾਇਦ ਪ੍ਰਿੰਸੀਪਲ ਸਾਹਿਬ ਨੂੰ ਜਵਾਬ ਦਿੰਦੇ ਆ ਕੁਛ ਕਹਿੰਦੇ, ਤੇ ਸਾਡੇ ਵੀ ਸਟੂਡੈਂਟਸ ਇੱਕ ਦੋ ਵਿੱਚੋਂ ਕਹਿਣ ਲੱਗੇ ਵੀ ਪ੍ਰਿੰਸੀਪਲ ਸਾਹਿਬ ਸੌਰੀ, that's the same question we have, please answer it, address it, this is very important thing. ਬਾਈ ਚਾਂਸ ਸਾਡੇ ਕੋਲ ਉਦੋਂ ਡਾਕਟਰ ਗੁਰਤਾਰਨ ਸਿੰਘ ਸੀਗੇ ਸੰਥਿਆ ਦੀ ਕਲਾਸ 'ਚ, ਉਹ ਸਾਡੇ ਨਾਲ ਡਿਸਕਸ਼ਨ ਕਰ ਰਹੇ ਸੀ ਕੁਛ, ਜੇ ਮੈਨੂੰ ਯਾਦ ਪੈਂਦਾ ਪੱਕਾ। ਤੇ ਉਹ ਜਦੋਂ ਸਾਰੀ ਗੱਲ ਪ੍ਰਿੰਸੀਪਲ ਸਾਹਿਬ ਨੇ ਡਾਕਟਰ ਸਾਹਿਬ ਵੱਲ ਦੇਖਿਆ ਵੀ ਤੁਸੀਂ ਕੁਛ ਕਹੋ ਇਹਦੇ ਉੱਤੇ, ਉਹ ਥੋੜ੍ਹੀ ਦੇਰ ਦੀ ਚੁੱਪ ਕਰ ਗਏ ਤੇ ਚੁੱਪ ਕਰਕੇ ਕਹਿੰਦੇ, ਬਜ਼ੁਰਗੋ ਤੁਹਾਡੀ ਗੱਲ ਸੱਚੀ ਹੈ, ਤੁਸੀਂ ਠੀਕ ਕਹਿ ਰਹੇ ਹੋ। ਗੱਲ ਇਹ ਹੈ ਕਿ ਜਿਵੇਂ ਜਪਜੀ ਸਾਹਿਬ ਵਰਗੀ ਰਚਨਾ ਆ, ਇਤਨੀ ਪਾਕ ਸਾਫ਼ ਤੇ ਇਲਾਹੀ ਰਚਨਾ ਹੈ, ਉੱਚੇ ਮੰਡਲ ਦੀ ਰਚਨਾ ਆ, ਸਾਡੀ ਸੁਰਤ ਨਾਲ ਟਰੈਵਲ ਕਰਨ ਲੱਗਦੀ ਏ। ਜਿਵੇਂ ਹੀ ਉਹ ਜਪਜੀ ਸਾਹਿਬ ਨਾਲ ਥੋੜਾ ਟਰੈਵਲ ਕਰਦੀ ਏ, ਉਹ ਥੱਕ ਜਾਂਦੀ, ਪਿੱਛੇ ਮੁੜ ਜਾਂਦੀ, ਉਹ ਨਾਲ ਤੁਰ ਹੀ ਨਹੀਂ ਪਾਉਂਦੀ। ਸੋ ਇਸ ਕਰਕੇ ਇੱਕ ਕਾਮਨ ਇਸ਼ੂ ਹੈ ਤੇ ਇਹ ਰਹੇਗਾ, ਕਿਉਂਕਿ ਜਪਜੀ ਸਾਹਿਬ ਇੱਕ ਇਲਾਹੀ ਰਚਨਾ, ਸੁਰਤ ਉਹਦੀ ਤਾਬ ਨਹੀਂ ਫੜ ਪਾਉਂਦੀ। ਠੀਕ ਹੈ ਪ੍ਰਿੰਸੀਪਲ ਸਾਹਿਬ, ਠੀਕ ਹੈ ਡਾਕਟਰ ਸਾਹਿਬ, ਗੱਲ ਸਮਝ ਗਏ, ਇਹ ਗੱਲ ਸੱਚੀ ਹੈ, ਹੱਲ ਵੀ ਤੇ ਹੋਏਗਾ ਦਾ ਕੋਈ। This is the problem, but you diagnose it right, but at the same time what's the solution? ਹੁਣ ਇਹ ਜਿਹੜੀ ਚੀਜ਼ ਹੈ, ਇਹਦੀ ਬਾਤ ਕਿਵੇਂ ਕੀਤੀ ਜਾਏ? ਤੇ ਉਹਨਾਂ ਫਿਰ ਕਿਆ ਕਹਿੰਦੇ ਕਿ ਮੇਰੇ ਬੱਚਿਓ, ਕੋਈ ਇਹੋ ਜਿਹਾ ਕੋਈ ਇੱਕ ਸੋਲਿਊਸ਼ਨ ਤੇ ਹੈ ਨਹੀਂ ਜਿਹੜਾ ਮੈਂ ਤੁਹਾਨੂੰ ਕੰਨਾ ਮੰਨਾ ਕੁਰ ਕਰਦੇ ਹਾਂ ਤੇ ਤੁਸੀਂ ਉਹਨੂੰ ਪਕੜ ਲਵੋ। ਇਹ ਵੈਰੀ ਕਰਦਾ ਆ ਤੁਹਾਡੀ ਸਟੇਟ ਆਫ ਮਾਈਂਡ, ਤੁਹਾਡੀ ਮਾਨਸਿਕ ਦਸ਼ਾ ਦੇ ਨਾਲ। ਇਹ ਵੈਰੀ ਕਰਦਾ ਆ ਤੁਹਾਡੇ ਪਿਛੋਕੜ 'ਚ ਆ ਰਹੇ ਸੰਸਕਾਰਾਂ ਦੇ ਨਾਲ, ਜਿਹੜੇ ਟ੍ਰੇਟਸ ਤੁਸੀਂ ਨਾਲ ਲੈ ਕੇ ਆ ਰਹੇ ਹੋ। ਇਹ ਵੈਰੀ ਕਰਦਾ ਤੁਹਾਡੇ ਕੰਪਲੀਟ ਪਰਸੋਨਾ, ਜਿਹੜੀ ਤੁਹਾਡੀ ਸ਼ਖਸੀਅਤ ਹੈ ਸਾਰੀ, ਉਹਦੀ ਉਸਾਰੀ ਕਿਵੇਂ ਹੋਈ ਹੈ ਸਭ ਚੀਜ਼ਾਂ ਦੇ ਨਾਲ। ਅਸੀਂ ਕਿਹਾ ਜੀ ਤੁਸੀਂ ਨਾ ਕੰਪਲੈਕਸਿਟੀ ਘਟਾ ਨਹੀਂ ਰਹੇ, ਵਧਾ ਰਹੇ ਹੋ। ਸੱਚ ਹੈ, ਵੀ ਆਰ ਗੈਟਿੰਗ ਮੋਰ ਕਨਫਿਊਜ਼ਡ। ਪਲੀਜ਼ ਸਾਨੂੰ ਕੋਈ ਨਾ ਸਿੱਧੇ ਰਾਹ ਪਾਓ, ਕੋਈ ਬਾਤ ਪਕੜੇ ਚਾਹੇ, ਤਾਂ ਕਿ ਇਹ ਲੰਬਾ ਚੌੜਾ ਕੰਮ ਹੋ ਗਿਆ, ਇਹ ਤੇ ਗਵਾਚ ਜਾਏਗੀ ਸਾਰੀ ਗੱਲ ਇਹਦੇ 'ਚ।
ਫਿਰ ਅਖੀਰ ਉਹ ਬਜ਼ੁਰਗਾਂ ਨੂੰ ਐਡਰੈਸ ਕਰਕੇ ਕਹਿੰਦੇ ਬਜ਼ੁਰਗੋ ਗੱਲ ਇਹ ਹੈ, ਸਾਡੇ ਛੋਟੇ ਛੋਟੇ ਰੋਲ ਨੇ ਜ਼ਿੰਦਗੀ ਦੇ ਵਿੱਚ, ਕਿਤੇ ਬਾਪ ਦਾ, ਕਿਤੇ ਬੇਟੇ ਦਾ, ਕਿਤੇ ਬੇਟੀ ਦਾ, ਕਿਤੇ ਨੂੰਹ ਦਾ, ਕਿਤੇ ਦਾਮਾਦ ਦਾ, ਕਿਤੇ ਸੱਸ ਦਾ, ਕਿਤੇ ਸਹੁਰੇ ਦਾ। ਇਹਨਾਂ ਰੋਲਸ ਨੂੰ ਦੇਖੋ, ਇਹ ਰੋਲ ਪ੍ਰੋਪਰ ਪਲੇ ਕਰ ਰਹੇ ਹੋ? ਇੱਥੋਂ ਸਭ ਤੋਂ ਪਹਿਲੀ ਨਿਰਮਲਤਾ ਬੰਦੇ ਦੇ ਇਸ ਕਿਰਦਾਰ 'ਚ ਇੱਥੋਂ ਆਉਣੀ ਚਾਹੀਦੀ ਹੈ। ਜਿੰਨਾ ਪਾਕ ਸਾਫ਼ ਇੱਧਰੋਂ ਹੁੰਦਾ ਜਾਏਗਾ, ਅਧਿਆਤਮੀ ਤਲ ਤੇ ਉਤਨੀ ਅਚੀਵਮੈਂਟ ਵੱਧਦੀ ਜਾਏਗੀ। ਐਕਚੁਅਲੀ ਇਹਨਾਂ ਚੀਜ਼ਾਂ ਨੂੰ ਬੜਾ ਧਿਆਨ ਨਾਲ ਦੇਖਣ ਦੀ ਲੋੜ ਹੈ। ਜਿਹੜਾ ਸ਼ਬਦ ਗੁਰੂ ਸਾਹਿਬ ਨੇ ਕਿਹਾ ਨਾ ਇੱਥੇ, ਨਿਰਮਲ ਗਿਆਨ ਅਧਿਆਨ ਅਤ ਨਿਰਮਲ, ਇਹ ਅਤ ਨਿਰਮਲ ਆ ਹੋਣਾ ਆ। ਗਿਆਨ ਸਿਰਫ ਇਹ ਨਹੀਂ ਕਿ ਮੈਨੂੰ 4 ਗੱਲਾਂ ਆਉਂਦੀਆਂ ਨੇ ਵੀ I have more knowledge compared to others. I can talk actually more in a fashioned way or in sophisticated way. No, that's not actually ਗਿਆਨ। ਗਿਆਨ ਇਹ ਹੈ, ਮੈਨੂੰ ਆਪਣੇ ਆਪੇ ਦੀ ਥੋੜੀ ਸਮਝ ਹੈ, ਤੇ ਸਮਝ ਹੀ ਨਹੀਂ ਇਕੱਲੀ ਹੈ, ਮੈਂ ਧਿਆਨ ਵੀ ਦੇਣਾ ਉਹਨੂੰ, ਮੈਂ ਉਹਨੂੰ ਠੀਕ ਕਰਨ ਵਾਸਤੇ ਐਫਰਟ ਵੀ ਪਾ ਰਿਹਾ, ਮੇਰੇ ਅੰਦਰ ਅਵੇਅਰਨੈਸ ਹੈ। ਇਸ ਕਿਸਮ ਦੀ ਬਾਤ ਹੋਏ, ਜਿੱਥੇ ਆਹ ਚੀਜ਼ ਆਏਗੀ ਉਹਦੇ ਚ ਫਿਰ ਅਤ ਨਿਰਮਲ ਇੱਕ ਅਗਲੇਰੀ ਸਟੇਜ ਬਣੇਗੀ। ਤੇ ਉਸ ਅਗਲੇਰੀ ਸਟੇਜ ਦੇ ਵਿੱਚ ਫਿਰ ਨਾ ਉਹ ਕਹਿੰਦੇ ਜਪਜੀ ਸਾਹਿਬ ਵਰਗੀ ਰਚਨਾ ਨਾਲ ਸੁਰਤ ਟਰੈਵਲ ਕਰੇਗੀ। ਫਿਰ ਜਪਜੀ ਸਾਹਿਬ ਕੱਲਾ ਪੜ੍ਹਿਆ ਨਹੀਂ ਜਾਏਗਾ, ਕੱਲਿਆ ਸਿਰਫ ਅੱਖਰਾਂ ਦੇ ਪਿੱਛੇ ਨਹੀਂ ਭੱਜਿਆ ਜਾਏਗਾ, ਫਿਰ ਪਾਠ ਹੋਏਗਾ, ਫਿਰ ਉਹਨਾਂ ਅੱਖਰਾਂ ਨਾਲ ਸੁਰਤ ਟਰੈਵਲ ਕਰੇਗੀ। ਇਟ ਸੀਮਸ, ਜਿਹਨੂੰ ਅਸੀਂ ਅੰਗਰੇਜ਼ੀ ਲਿਟਰੇਚਰ 'ਚ ਕਹਿੰਦੇ, ਇੱਕ ਫਲੋ ਜਨਰੇਟ ਹੋਣਾ। ਬੰਦਾ ਇੱਕ ਮੂਵਮੈਂਟ ਦੇਖਦਾ ਹੈ, ਮੂਵ ਦੇਖਦਾ ਆ। ਇਹਨੂੰ ਗੁਰੂ ਸਾਹਿਬ ਨੇ ਇੱਥੇ ਬਿਆਨ ਕੀਤਾ ਹੈਗਾ, ਨਿਰਮਲ ਬਾਣੀ ਮਨ ਵਸਾਵਣਿਆ। ਇਸ ਤਰ੍ਹਾਂ ਲੱਗੇਗਾ ਬਾਣੀ ਮਨ ਵਿੱਚ ਵਸ ਰਹੀ ਹੈ। ਵਸਣ ਦਾ ਮਤਲਬ ਜਿਵੇਂ ਮੀਂਹ ਪੈਂਦਾ ਆ ਤੇ ਧਰਤੀ 'ਚ ਵਸਦਾ ਆ, ਇਸ ਤਰੀਕੇ ਨਾਲ ਸਮਥਿੰਗ ਇਜ਼ ਗੋਇੰਗ ਇਨਸਾਈਡ ਡੀਪ, ਉਹਦੀ ਬਾਤ ਹੋ ਰਹੀ ਹੈ ਇਹਦੇ 'ਚ। ਅਗਲਾ ਬਚਨ ਮਹਾਰਾਜ ਨੇ ਇਹਦੇ 'ਚ ਜਿਹੜਾ ਲਿਖਿਆ ਹੈਗਾ ਆ, ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ। ਜੋ ਨਿਰਮਲ ਸੇਵੇ, ਜਿੰਨਾ ਤੁਹਾਡਾ ਆਲੇ ਦੁਆਲੇ ਦਾ ਕਾਰਜ ਪਾਕ ਪਵਿੱਤਰ ਹੈ, ਉਤਨੇ ਪਾਕ ਪਵਿੱਤਰ ਤੁਸੀਂ ਹੋ ਜਾਓਗੇ। ਸਮਾਜਾਂ ਦੇ ਵਿੱਚ ਮੈਂ ਇਸੇ ਹਫ਼ਤੇ ਇੱਕ ਬੱਚੇ ਦੇ ਨਾਲ ਕਾਉਂਸਲਿੰਗ ਸੈਸ਼ਨਸ ਦੇ ਵਿੱਚ ਸੀਗਾ, ਤੇ ਉਹਨੇ ਰੀਸੈਂਟਲੀ 2-3 ਜੋਬਾਂ ਬੜੀ ਜਲਦੀ ਚੇਂਜ ਕੀਤੀਆਂ। ਵੈਰੀ ਐਕਚੁਅਲੀ ਗੁੱਡ ਕੁਆਲੀਫਾਈਡ ਇੰਡੀਵਿਜੂਅਲ, ਬੜੀ ਵਧੀਆ ਕੁਆਲੀਫਿਕੇਸ਼ਨ ਹੈ ਉਹਦੇ ਕੋਲ, ਬੜਾ ਮਤਲਬ ਪੋਰਟਫੋਲੀਓ ਬੜਾ ਵਧੀਆ ਉਹਦਾ, ਜਿਹੜਾ ਉਹਨੇ ਪਿੱਛੇ ਕੰਮ ਕੀਤੇ ਨੇ ਸਾਰੇ, ਉਹਦਾ ਰੈਜ਼ੂਮੇ ਬੜਾ ਜ਼ਬਰਦਸਤ ਆ। ਤੇ ਉਹ ਜੋਬਾਂ 2-3 ਉਹਨੇ ਲਗਾਤਾਰ ਛੱਡੀਆਂ। ਤੇ ਮੈਂ ਦੇਖ ਰਿਹਾ ਸੀਗਾ, ਮੈਂ ਕਿਹਾ ਕੁਛ ਇੱਥੇ ਕੁਛ ਡਿਸਟਰਬੈਂਸ ਚੱਲ ਰਹੀ ਹੈ, ਤੇ ਮੈਂ ਕਿਹਾ ਕੁਝ ਇੱਥੇ ਕੁਛ ਦੇਖਦਾ ਇਹਦੇ 'ਚ ਕੁਛ ਹੈਗਾ। ਮੈਂ ਉਹਨੂੰ ਉਹਦੇ ਬਾਰੇ ਪੁੱਛਿਆ, ਮੈਂ ਕਿਹਾ ਵੀ ਆਹ ਮੈਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਅਟਪਟੀਆਂ ਲੱਗ ਰਹੀਆਂ ਨੇ ਕਿ ਕੰਸਿਸਟੈਂਟਲੀ ਜਿਹੜੀ ਐਕੂਰੇਸੀ ਹੈ ਕੈਰੀਅਰ 'ਚ ਉਹ ਮਿਸਿੰਗ ਹੋ ਰਹੀ, ਉਹ ਕਿਤੇ ਇੱਕ ਲੈਵਲ 'ਤੇ ਚੱਲ ਨਹੀਂ ਰਹੀ। ਤੇ ਉਹ ਹੱਸ ਕੇ ਮੈਨੂੰ ਕਹਿੰਦਾ ਗੱਲ ਇਹ ਹੈਗੀ ਹੈ ਕਿ ਪਿਛਲੇ ਦਿਨਾਂ 'ਚ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਐਥਿਕਸ ਬਾਰੇ, ਰਿਲੀਜੀਅਸ ਫਿਲਾਸਫੀ ਬਾਰੇ, ਬੜਾ ਲਿਟਰੇਚਰ ਵਗੈਰਾ ਪੜ੍ਹ ਰਿਹਾ ਸੀਗਾ। ਜਦੋਂ ਸਾਰਾ ਕੁਝ ਪੜ੍ਹਦਾ ਸੀਗਾ ਤੇ ਜਿਨ੍ਹਾਂ ਫਰਮਾਂ ਦੇ ਨਾਲ ਹੀ ਮੈਂ ਕੰਮ ਕਰ ਰਿਹਾ ਸੀਗਾ, ਬੜੀਆਂ ਜਾਇੰਟ ਕਾਰਪੋਰੇਸ਼ਨਸ ਹੈਗੀਆਂ ਨੇ ਤੇ ਉਹਨਾਂ ਦਾ ਮਤਲਬ ਕਮਾਲ ਹੈ, ਤੇ ਸਾਨੂੰ ਕਹਿੰਦਾ ਇਨਸਾਈਡ ਆਊਟ ਇਨਫੋਰਮੇਸ਼ਨ ਸਾਰਾ ਪਤਾ ਹੈ। ਕਹਿੰਦਾ ਕਿਤੇ ਨਾ ਕਿਤੇ ਕੁਝ ਗੜਬੜ ਸੀ ਮੇਰੇ ਅੰਦਰ, ਮੈਨੂੰ ਲੱਗੀ ਜਾ ਰਿਹਾ, ਪਹਿਲਾਂ ਇੱਕ 'ਚ ਲੱਗਾ, ਫਿਰ ਦੂਜੇ 'ਚ, ਫਿਰ ਤੀਜੇ, ਤੇ ਮੇਰੇ ਕੋਲ ਆਫਰਸ ਹੈਗੀਆਂ ਹੋਰ ਵੀ। ਮੈਨੂੰ ਕਿਤੇ ਨਾ ਕਿਤੇ ਲੱਗਾ ਵੀ ਇਹ ਬੜਾ ਅਟਪਟਾਇਆ, ਮੈਂ ਰੀਡ ਆ ਕਰ ਰਿਹਾ, ਮੈਡੀਟੇਸ਼ਨ ਕਰ ਰਿਹਾ, ਆਹ ਚੀਜ਼ਾਂ ਕਰ ਰਿਹਾ, ਐਟ ਦ ਸੇਮ ਟਾਈਮ I'm trying to actually earn something from these areas. This is not good. And that's why I'm leaving it. ਇਹ ਸੱਚ ਆ ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ ਨਾ ਕਿ ਜਿਨਹੀਂ ਕਿਛ ਜਾਣਿਆ ਨਹੀਂ ਸੇ ਸੁਖ ਰੈਨ ਬਿਹਾਏ। ਪਰ ਜਿਹਨੂੰ ਕੁਛ ਨਹੀਂ ਨਾ ਪਤਾ ਉਹ ਸੌਖੀ ਨਿੰਦਰੇ ਸੌਂਦਾ। ਹਮੂ ਜੋ ਬੂਝਣ ਬੂਝਿਆ ਪੂਰੀ ਪਰੀ ਬੁਲਾਏ।
ਵੀ ਜਦੋਂ ਮੈਨੂੰ ਕੁਝ ਪਤਾ ਲੱਗ ਗਿਆ ਤੇ ਮੇਰੀ ਹਾਲਤ ਇਹ ਹੈ ਵੀ ਰਾਤ ਦੀ ਨੀਂਦ ਵੀ ਗਈ, ਚੈਨ ਵੀ ਗਿਆ। ਗਿਆਨ ਇਹ ਵੀ ਕਰਦਾ ਹੈ, ਇੱਕ ਤੁਹਾਨੂੰ ਇੱਕ ਕ੍ਰਾਂਤੀ ਇੱਕ ਅੰਦਰ ਜਿਹੜੀ ਹੈ ਉਹ ਡਿਸਟਰੈਕਸ਼ਨ ਵੀ ਕ੍ਰੀਏਟ ਕਰਦਾ ਹੈ ਉਸ ਲੈਵਲ ਤੇ ਇਹਦੇ ਨਾਲ ਜਦੋਂ ਬੰਦਾ ਤੁਰ ਪੈਂਦਾ ਆ, ਜਿਹੜਾ ਗੁਰੂ ਸਾਹਿਬ ਨੇ ਆਹ ਬਚਨ ਲਿਖਿਆ ਹੈਗਾ ਕਿ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਉਹ ਫਿਰ ਨਿਰਮਲਤਾ ਕਿਤੇ ਨਾ ਕਿਤੇ ਤੁਹਾਡੇ ਅੰਦਰੋਂ ਵਾਪਰਨੀ ਵੀ ਸ਼ੁਰੂ ਹੁੰਦੀ ਹੈ। ਤੁਸੀਂ ਉਸ ਮੈਲ ਨੂੰ ਕੈਰੀ ਨਹੀਂ ਕਰ ਸਕਦੇ ਜ਼ਿਆਦਾ ਲੰਬਾ ਸਮਾਂ, ਕਿਸੇ ਲੈਵਲ ਤੇ ਵੀ ਨਹੀਂ। ਉਹ ਕਹਿੰਦਾ ਹੁਣ ਮੇਰੇ ਲਈ ਉਹਨੂੰ ਕੈਰੀ ਕਰਨਾ, ਉਹਨੂੰ ਨਾਲ ਤੋਰ ਸਕਣਾ ਇਹ ਹਾਰਡ ਹੋ ਰਿਹਾ ਹੈਗਾ। ਅਗਲਾ ਬਚਨ ਲਿਖਿਆ ਇਹਦੇ ਚ, ਹਉਮੈ ਮੈਲ ਗੁਰ ਸ਼ਬਦੇ ਧੋਵੈ। ਹਉਮੈ ਮੈਲ, ਐਰੋਗੈਂਸ, ਅਹੰਕਾਰ। Don't tell me anything, I know everything। ਬਸ ਸਿੱਖ ਦੇ ਰਾਹ 'ਚ ਸਭ ਤੋਂ ਵੱਡੀ ਰੋਕ ਆ। ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਘਰਾਂ 'ਚ ਦੇਖੋ, ਕਨਵਰਸੇਸ਼ਨ ਹੁੰਦੀ ਹੈ, ਤੁਸੀਂ ਬੱਚੇ ਨੂੰ ਦੱਸਣ ਦੀ ਟਰਾਈ ਕਰਦੇ ਹੋ ਇਹ ਆਹ ਕੰਮ, don't talk to me, even I'm doing wrong, even I know I need some kind of help, but I cannot ask you, I cannot allow you to help me। Why? Because I am arrogant। ਮੇਰੇ ਅੰਦਰ ਹੰਕਾਰ, ਹਉਮੈ ਹੈ, ਮੇਰੀ ਹਉਮੈ ਨੂੰ ਸੱਟ ਲੱਗਦੀ ਹੈ। ਹੁਣ ਆਹ ਅਲਾਮਤ ਬੰਦੇ ਦਾ ਇਹ ਬੜਾ ਵੱਡਾ ਦੁੱਖ ਹੈ। ਇਸ ਦੁੱਖ ਨੂੰ ਇਹ ਤੇ ਬੜਾ ਭਜਨ ਬੰਦਗੀ ਕਰਦੇ ਆਂ, ਪਾਠ ਕਰਦੇ ਆਂ, ਗੁਰਦੁਆਰੇ ਦੀ ਸੰਗਤ, ਹੋਰ ਬਹੁਤ ਸਾਰੀਆਂ ਚੀਜ਼ਾਂ ਕਰਦੇ ਆਂ ਕਿਤੇ ਚੀਜ਼ ਰਿਫਲੈਕਟ ਕਰਦੀ, ਉਹ ਮਨਾ ਸੁਧਰ ਜਾ, ਕਿਉਂ ਐਵੇਂ ਕਰਦਾ ਨਹੀਂ ਪਤਾ। ਤੇ ਮੰਨ ਇਸ ਗੱਲ ਨੂੰ, ਹੈਲਪ ਲੈ, ਜੇ ਇੱਥੇ ਗਲਤੀ ਹੋਈ ਹੈ ਮਾਫੀ ਮੰਗਣ ਲਈ ਤਿਆਰ ਹੋ। ਇਫ ਯੂ ਹੈਵ ਡਨ ਸਮਥਿੰਗ ਰੋਂਗ, ਬੀ ਰਿਮੋਰਸਫੁਲ, ਵਾਟਸ ਰੋਂਗ ਵਿਦ ਯੂ। ਇਹ ਜਿਹੜੀ ਹੈ ਸੈਲਫ ਐਨਾਲਿਸਿਸ ਦੇ ਵਿੱਚ ਆ ਜਾਣਾ। ਸਾਹਿਬ ਨੇ ਬਿਆਨ ਕੀਤਾ, ਨਿਰਮਲ ਸੇਵਾ ਕਰਦਿਆਂ ਕਰਦਿਆਂ ਹਉਮੈ ਮੈਲ ਗੁਰ ਸ਼ਬਦੇ ਧੋਵੈ। ਫਿਰ ਕਿਤੇ ਗੁਰੂ ਕਾ ਸ਼ਬਦ ਜਿਹੜਾ ਨਾ, ਉਹ ਬਾਣੀ ਦਾ ਜੱਗ ਜਦੋਂ ਡੁੱਲਦਾ, ਉਹ ਫਿਰ ਥੋੜੀ ਬਹੁਤੀ ਮੈਲ ਉੱਥੋਂ ਲੈਂਦੀ ਉਸ ਰੂਪ ਦੇ ਵਿੱਚ। ਨਿਰਮਲ ਵਾਜੈ ਅਨਹਦ ਤੁਨ ਬਾਣੀ, ਦਰ ਸੱਚੈ ਸੋਭਾ ਪਾਵਣਿਆ। ਨਿਰਮਲ ਵਾਜੈ ਅਨਹਦ ਧੁਨ ਬਾਣੀ। ਤੁਸੀਂ ਸ਼ਾਇਦ ਦੇਖੋਗੇ ਪਿਛਲੇ 6-7-8 ਮਹੀਨਿਆਂ ਦੇ ਵਿੱਚ ਸਾਡੀ ਕੰਗਰੀਗੇਸ਼ਨ ਜਿਹੜੀ ਹੈਗੀ ਇੱਕ ਵਾਰੀ ਬਿਲਕੁਲ ਬੰਦ ਹੋ ਗਈ। ਦੈਨ ਨਾ ਫਿਜ਼ੀਕਲ ਕੰਗਰੀਗੇਸ਼ਨ, ਵੀ ਨੋਟ ਵਰਚੁਅਲ ਕੰਗਰੀਗੇਸ਼ਨ ਵਾਜ਼ ਹੈਪਨਿੰਗ ਆਲ ਦ ਟਾਈਮ, ਬਟ ਦ ਫਿਜ਼ੀਕਲ ਕੰਗਰੀਗੇਸ਼ਨ ਵਾਜ਼ਨਟ ਹੈਪਨਿੰਗ। ਚਲੋ ਇਹ ਤੇ ਹੈ, ਕੱਲਾ ਇਹ ਹੀ ਨਹੀਂ, ਵੱਡੇ ਵੱਡੇ ਕੌਨਸਰਟ ਜਿਹੜੇ ਹੋ ਰਹੇ ਸੀਗੇ, 1000 ਬੰਦਾ, 2000 ਬੰਦਾ, ਵੱਡੇ ਵੱਡੇ ਸਪੋਰਟਸ ਇਵੈਂਟ, ਇੱਕ ਸਮੇਂ 'ਚ 60-60 ਹਜ਼ਾਰ ਬੰਦਾ ਕੂਕਾਂ ਮਾਰ ਰਿਹਾ। ਮਤਲਬ ਕਿਆ ਇਹ ਮਨੁੱਖਾਂ ਦਾ ਕਲਚਰ ਹੈ ਇਸ ਲੈਵਲ ਤੇ ਬਿਲਡ ਕੀਤਾ। ਤੇ ਲੋਕ ਇਹ ਕਹਿੰਦੇ ਇਹਦੇ ਬਿਨਾਂ ਤੇ ਵੀ ਕੈਨ ਨੋਟ ਸਰਵਾਈਵ, ਵੀ ਕੈਨ ਨੋਟ ਲਿਵ। ਠੀਕ ਹੈ ਜੀ, ਸਭ ਕੁਝ ਬੰਦ ਹੋ ਗਿਆ। ਕੀ ਇਹ ਸਭ ਕੁਝ ਬੰਦ ਹੋਣ ਦੇ ਨਾਲ ਜ਼ਿੰਦਗੀ ਖੜ ਗਈ? ਮਨੁੱਖਾਂ ਦੀ ਦੁਨੀਆ ਜਿਹੜੀ ਹੈ ਉਹਦੇ 'ਚ ਜਿਹੜੀ ਲਾਈਫ ਹੈਪਨ ਹੋਣੀ ਬੰਦ ਹੋ ਗਈ? ਨੋ, ਇਟ ਵਾਜ਼ ਹੈਪਨਿੰਗ ਆਲ ਦ ਟਾਈਮ। ਇੱਥੇ ਜਾ ਕੇ ਪਤਾ ਲੱਗਦਾ ਆ ਕਿ ਬੰਦਾ ਇੱਕ ਅਜੀਬ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਕਿਤੇ ਜੋੜ ਕੇ ਬੈਠਾ ਆ। ਜਿਹੜਾ ਹੁਣ ਆ ਬਾਹਰਲਾ, ਜਿਵੇਂ ਇੱਥੇ ਅਨਹਦ ਧੁਨ ਦੀ ਗੱਲ ਹੋ ਰਹੀ ਹੈ, ਧੁਨ ਦਾ, ਨਾਦ ਦਾ, ਸੰਗੀਤ ਨਾਲ ਰਿਲੇਸ਼ਨ ਆ। ਪੂਰੀ ਦੁਨੀਆ ਦੇ ਕਲਚਰਸ ਦੇ ਵਿੱਚ ਸੰਗੀਤ, ਧੁਨਾਂ, ਨਾਦ ਇਹ ਆਪਣਾ ਕੰਟਰੀਬਿਊਸ਼ਨ ਕਰਦੀਆਂ ਨੇ। ਪੋਜ਼ਿਟਿਵ, ਨੈਗੇਟਿਵ, ਹਰ ਤਰੀਕੇ ਨਾਲ ਡਿਪੈਂਡ ਕਰਦਾ ਆ। ਜਿਵੇਂ ਸਾਡੇ ਘਰ ਵੀ ਜਿੰਨਾ ਸਾਡੀ ਸਿੱਖ ਸੰਗਤ ਦੇ ਵਿੱਚ ਕੀਰਤਨ ਦਾ ਪ੍ਰਭਾਵ ਆ, ਅੱਜ ਵੀ ਤੁਸੀਂ ਪੂਰੀ ਦੁਨੀਆ 'ਚ ਜੇ ਕਿਤੇ ਬੜੇ ਓਨੈਸਟ ਲੈਵਲ ਤੇ ਇਹ ਡਾਟਾ ਲਿਆਂਦਾ ਜਾਏ, ਜਿੰਨਾ ਦਰਬਾਰ ਸਾਹਿਬ ਤੋਂ ਲੋਕ ਕੀਰਤਨ ਸੁਣਦੇ ਨੇ, ਇਤਨਾ ਸ਼ਾਇਦ ਹੀ ਕੋਈ ਹੋਰ ਪ੍ਰੋਗਰਾਮ ਪੂਰੇ ਉਸ ਸਾਊਥ ਏਸ਼ੀਅਨ ਖਿੱਤੇ 'ਚ ਸੁਣਿਆ ਜਾਂਦਾ ਹੋਵੇ। ਪੂਰੇ ਸਾਊਥ ਏਸ਼ੀਅਨ ਖਿੱਤੇ 'ਚ ਇਹਦੇ ਬਾਰੇ ਕੁਝ ਡਾਟਾ ਵਿੱਚ ਆਉਂਦਾ ਵੀ ਰਿਹਾ, ਪਰ ਸੱਚ ਹੈ। ਉਹਦੇ 'ਚ ਸ਼ਬਦ ਆ, ਇੱਕ ਰੂਹਾਨੀ ਸੰਗੀਤ ਆ, ਮਤਲਬ ਸਾਰਾ ਕੁਝ ਇੱਕ ਪੂਰੇ ਦਾ ਪੂਰਾ ਪੈਕੇਜ ਆ। ਕਿੱਡਾ ਕਮਾਲ ਦਾ ਕੰਟਰੀਬਿਊਸ਼ਨ ਆ। ਫਿਰ ਇਕੱਲਾ ਇਹ ਹੀ ਨਹੀਂ, ਇਹਦੇ ਨਾਲ ਤੁਸੀਂ ਇਹ ਵੀ ਚੀਜ਼ ਦੇਖੋਗੇ ਕਿ ਹੋਰ ਵੀ ਸੰਗੀਤ ਹੈ ਜਿਹੜਾ ਬੜੀ ਡਿਸਟਰਬੈਂਸ ਤੇ ਡਿਸਟਰੈਕਸ਼ਨ ਕ੍ਰੀਏਟ ਕਰਦਾ ਆ।
ਸਾਡੇ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਪਿਛਲੇ 40-50 ਸਾਲਾਂ ਦੇ ਵਿੱਚ ਪੜ੍ਹਾਈ ਖਤਮ ਹੋ ਗਈ। ਮਤਲਬ ਇੱਕ ਨੌਜਵਾਨ ਬੱਚਾ ਜਿਹੜਾ 10-12 ਜਮਾਤਾਂ ਪੜ੍ਹ ਕੇ ਕਿਤੇ ਕਾਲਜ ਯੂਨੀਵਰਸਿਟੀ ਪਹੁੰਚ ਜਾਂਦਾ, ਉਹਦੇ ਲਈ ਸਭ ਤੋਂ ਵੱਡਾ ਸੁਪਨਾ ਇਹੀ ਰਹਿ ਗਿਆ ਵੀ ਜੇ ਮੈਂ ਵੱਡਾ ਵੈਲੀ ਨਹੀਂ ਨਾ ਤੇ ਮੇਰੀ ਕੋਈ ਜ਼ਿੰਦਗੀ ਨਹੀਂ। ਜੇ ਮੇਰੇ ਤੋਂ ਕੋਈ 2-4 ਬੰਦੇ ਡਰਦੇ ਨਹੀਂ, ਜੇ ਮੇਰੀ ਖੌਫ ਨਹੀਂਗਾ, ਜੇ ਮੇਰੀ ਕੋਈ ਦਹਿਸ਼ਤ ਨਹੀਂ, ਜੇ ਕਿਤੇ ਮੇਰਾ ਕੋ ਫਿਰ ਕਹਾ ਫਿਰ ਤੇ ਮੈਂ ਕਾਲਜ ਆਇਆ ਨਾ ਆਇਆ। ਇਹ ਜਿਹੜਾ ਫੁਕਰਾਪਨ ਇਹ ਸਾਰਾ ਕਿੱਥੋਂ ਆਇਆ? ਗੀਤਾਂ ਚੋਂ। ਹੋਰ ਕੋਈ ਸੋਰਸ ਨਹੀਂ ਇਹਦੇ 'ਚ। ਸਿਰਫ ਉਹ ਇਤਨੀ ਜ਼ਿਆਦਾ ਵੱਜੇ ਕੰਨਾਂ ਦੇ ਵਿੱਚ, ਇਤਨਾ ਜ਼ਿਆਦਾ ਕਿ ਬੰਦੇ ਉਹਦੇ 'ਚ ਜਿਉਣ ਲੱਗ ਗਏ ਵੀ ਬਸ ਇਹੀ ਸਭ ਕੁਛ ਆ। ਅੱਜ ਵੀ ਤੁਸੀਂ ਦੇਖੋ ਵਾਇਲੈਂਸ ਹੋਰ ਤੇ ਕਿਤੋਂ ਨਹੀਂ ਆ ਰਹੀ। ਸਾਡੇ ਆਮ ਘਰਾਂ ਪਰਿਵਾਰਾਂ ਥਾਵਾਂ ਦੇ ਵਿੱਚ ਜਿਹੜੀ ਹੈ ਵਾਇਲੈਂਸ ਦਾ ਇਤਨਾ ਜ਼ਿਆਦਾ ਚੱਲਣ ਨਹੀਂ ਹੈਗਾ ਜਿੰਨਾ ਸਾਡੇ ਯੰਗ ਬੱਚਿਆਂ ਤੇ। ਜਿੱਥੇ ਜਿੱਥੇ ਸਾਡੀਆਂ ਕਮਿਊਨਿਟੀ ਸੈਟਲ ਵੀ ਹੋ ਗਈਆਂ ਡਾਇਸਪੋਰਾ 'ਚ, ਵੈਨਕੂਵਰ ਦੀ ਹਾਲਤ ਦੇਖੋ ਕੀ ਹੁਣ ਇੱਥੇ ਆ ਰਹੀ ਵਾਪਸੀ। ਮਤਲਬ ਹਰ ਹਫਤੇ 1-2 ਕਤਲ ਹੋਣੇ, ਗੈਂਗ ਵਾਰ ਆ ਗਈ, ਡਰੱਗ ਵਾਰ ਆ ਗਈ, ਇਹ ਸਭ ਚੀਜ਼ਾਂ ਆ ਗਈਆਂ। ਜੇ ਤੁਸੀਂ ਡੀਪ ਲੈਵਲ ਤੇ ਦੇਖੋਗੇ ਤੇ ਪਿੱਛੇ ਤੁਹਾਨੂੰ ਸੰਗੀਤ ਮਿਲੇਗਾ, ਗਾਣੇ ਮਿਲਣਗੇ, ਇਹ ਸਭ ਚੀਜ਼ਾਂ ਮਿਲਣਗੀਆਂ। ਮਤਲਬ ਇਹੋ ਜਿਹੀਆਂ ਧੁਨਾਂ, ਆਵਾਜ਼ਾਂ, ਜੇ ਮੈਂ ਕਨਸਰਟਸ ਦੀ ਗੱਲ ਕੀਤੀ, ਹਾ ਹੂ ਕੂਕਾਂ, ਇਹ ਸਭ ਚੀਜ਼ਾਂ, ਇਹ ਸਾਰਾ ਕਲਚਰ ਦਾ ਹਿੱਸਾ। ਤੇ ਬੰਦਾ ਇਹਦੇ 'ਚ ਜੀਣ ਲੱਗ ਜਾਂਦਾ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਲਾਈਨ ਕ੍ਰਾਸ ਕਰ ਗਿਆ ਵੀ ਮੈਂ ਕਿੱਥੇ ਚਲਾ ਗਿਆ। ਤੇ ਚੀਜ਼ਾਂ ਲਗਾਤਾਰ ਜਿਹੜੀਆਂ ਸੁਣੋਗੇ, ਖਾਸ ਕਰਕੇ ਜਿਨ੍ਹਾਂ 'ਚ ਸੰਗੀਤ ਹੈ, ਮਿਊਜ਼ਿਕ ਹੈ, ਜਿਨ੍ਹਾਂ 'ਚ ਕੁਝ ਇਹੋ ਜਿਹਾ ਐਲੀਮੈਂਟ ਆ ਜਿਹੜਾ ਤੁਹਾਡੇ ਅੰਦਰ ਨੂੰ ਤੁਹਾਨੂੰ ਪੈਸ਼ਨੇਟ ਕਰਦਾ ਕਿਸੇ ਚੀਜ਼ ਵਾਸਤੇ, ਤੁਹਾਨੂੰ ਕੋਈ ਅਹਿਸਾਸ ਨਹੀਂ ਕਦੋਂ ਤੁਹਾਡੀ ਲਾਈਨ ਕ੍ਰਾਸ ਕਰਾ ਦਿੰਦਾ ਉਹ। ਲੋਕ ਸੰਗੀਤ ਸੁਣਦੇ ਈਵਨ ਕੀਰਤਨ ਸੁਣਨ ਵਾਲੇ ਮੈਂ ਪਤਾ ਨਹੀਂ ਕਿੰਨੇ ਹਜ਼ਾਰਾਂ ਜੀਆਂ ਨੂੰ ਮਿਲਿਆ ਜਿਨ੍ਹਾਂ ਕਿਹਾ ਵੀ ਭਾਈ ਸਾਹਿਬ ਕੱਲਾ ਕੀਰਤਨ ਹੀ ਸੁਣਦੇ ਸੀਗੇ, ਸੁਣਦਿਆਂ ਬਸ ਸਿੱਖੀ ਵਾਲੇ ਪਾਸੇ ਆ ਗਏ, ਇੱਧਰ ਆ ਗਏ, ਆ ਹੋ ਗਿਆ। ਮਤਲਬ ਉਹ ਚੀਜ਼ ਅੰਦਰ ਚਲੀ ਗਈ, ਪੈਸ਼ਨੇਟ ਹੋ ਗਿਆ। ਐਗਜ਼ੈਕਟਲੀ ਓਪੋਜ਼ਿਟ ਵੀ ਕੰਮ ਕਰਦੀ ਹੈ ਜੇ ਬੰਦਾ ਗਲਤ ਚੀਜ਼ ਨੂੰ ਸੁਣ ਰਿਹਾ। ਤੇ ਗੁਰੂ ਬਾਬਾ ਜਿਹੜੇ ਇੱਥੇ ਬਾਤ ਕੀਤੀ ਹੈਗੀ ਏ, ਮਹਾਰਾਜ ਬਿਆਨ ਕਰਦੇ, ਨਿਰਮਲ ਵਾਜੈ ਅਨਹਦ ਧੁਨ ਬਾਣੀ। ਜਿਹਨੂੰ ਉਸ ਗੁਰ ਸ਼ਬਦ ਉਪਦੇਸ਼ਾਂ ਦੇ ਨਾਲ ਸਹੀ ਤਰੀਕੇ ਨਾਲ ਅੰਗੇਜ ਹੋਣਾ ਆ ਗਿਆ, ਇੱਕ ਲੈਵਲ ਤੇ ਜਾ ਕੇ ਅਨਹਦ ਧੁਨ ਬਾਣੀ ਵੱਜਣੀ ਸ਼ੁਰੂ ਹੋ ਗਈ। ਬਿਨਾਂ ਕਿਸੇ ਕਾਰਨ, ਰੀਜ਼ਨ, ਬਿਨਾਂ ਕਿਸੇ ਖਾਸ ਵੱਡੇ ਕਿਸੇ ਸੰਸਾਰਕ ਜਿਹੜਾ ਹੈਗਾ ਮੋਹ ਮਾਇਆ ਦੀ ਲਬਰੇਜ਼ਤਾ ਤੋਂ ਬਿਨਾਂ ਬੰਦਾ ਜੀਵਨ ਖੁਸ਼ਨੁਮਾ ਅਹਿਸਾਸ ਜੀਣ ਦੀ ਜਾਚ ਸਿੱਖ ਜਾਏ। ਇਹ ਅਨਹਦ ਧੁਨ ਬਾਣੀ, ਅੰਦਰ ਦਾ ਸੰਗੀਤ ਵੱਜਦਾ ਆ ਜਿਹੜਾ ਅਦਰਵਾਈਜ਼ ਨਾਰਥ ਅਮਰੀਕਨ ਸੋਸਾਇਟੀ ਦੇ ਵਿੱਚ 90% ਕੇਸਿਸ ਦੇ ਵਿੱਚ ਡਿਪਰੈਸ਼ਨ ਦਾ ਰੀਜ਼ਨ ਹੀ ਨਹੀਂ ਲੱਭਦਾ। There is no any physical evidence, there is no any actually hereditary evidence, there is no any kind of family evidence, and still person is dealing with depression. And if we actually go through with the whole process screening, you were saying there is no, I don't know. ਫਿਰ ਕਈ ਵਾਰ ਕਿਉਂਕਿ ਅੱਜ ਕੱਲ੍ਹ ਫਾਰਮਾਕੋਲੋਜੀਕਲ ਜਿਹੜੀ ਹੈ ਇੰਟਰਵੈਂਸ਼ਨ ਬੜੀ ਵੱਡੀ ਲੈਵਲ ਤੇ ਹੁੰਦੀ ਹੈ, ਫਿਰ ਕਈ ਵਾਰ ਇਹ ਕਹਿ ਦਿੰਦਾ ਉਹ ਕੈਮੀਕਲ ਇੰਬੈਲੈਂਸਮੈਂਟ ਹੋ ਗਈ ਹੋਣੀ ਥੋੜੀ ਬਹੁਤੀ, because we don't have to say anything there. So that's why we are actually ਉਹਨੂੰ ਇਸ ਰੂਪ ਵਿੱਚ ਬਿਆਨ ਕਰਤਾ ਗਿਆ। ਇਹਦਾ ਮਤਲਬ ਇਹ ਹੈ ਬੰਦਾ ਸੁਭਾਵਕ ਹੀ ਅੰਦਰੋਂ ਜਿਹੜਾ ਆ ਉਹ ਨਿਰਾਸ਼ ਹੋ ਗਿਆ। ਉਹਦਾ ਸੁਭਾਵਕ ਨਿਰਾਸ਼ਤਾ ਆ ਰਹੀ ਹੈ, ਉਹਦੇ ਫਿਰ ਰੂਟਸ ਨੇ ਪਿੱਛੋਂ ਆ ਰਹੇ ਨੇ। ਕਈ ਵਾਰ ਬੰਦਾ ਸੁਭਾਵਕ ਹੀ ਅੰਦਰੋਂ ਖੇੜੇ ਚ ਆ ਗਿਆ, ਉਹਨੂੰ ਤੁਸੀਂ ਦੁੱਖ ਪਰੇਸ਼ਾਨੀ ਕੁਝ ਬਾਹਰੋਂ ਦੇ ਕੇ ਉਹਨੂੰ ਦੁਖੀ ਦੇਖ ਹੀ ਨਹੀਂ ਸਕਦੇ। ਉਹਦੇ ਅੰਦਰ ਅਨਹਦ ਧੁਨ ਬਾਣੀ ਵਾਲੀ ਬਾਤ ਬਣ ਗਈ ਹੈ। ਇਹ ਮਨੁੱਖ ਦਾ ਗੁਰਬਾਣੀ ਕਹਿੰਦੀ ਆ ਨੇਚਰ ਕਮਾਉਣਾ ਹੈ ਤੂੰ। ਇੱਥੇ ਬਚਨ ਆ ਰਿਹਾ ਹੈਗਾ, ਨਿਰਮਲ ਵਾਜੈ ਅਨਹਦ ਧੁਨ ਬਾਣੀ, ਦਰ ਸੱਚੇ ਸੋਭਾ ਪਾਵਣਿਆ। ਉਹਨੂੰ ਦਰ ਤੇ ਸੋਭਾ ਆ, ਫਿਰ ਕਰਤਾਰ ਦੇ ਦਰ ਤੇ। ਦਰ ਤੇ ਸੋਭਾ ਦਾ ਮਤਲਬ ਇਹ ਹੈ ਉਹਦਾ ਜੀਵਨ ਸ਼ੋਭਨੀਕ ਹੈ। ਸਿਆਣੇ ਲੋਕ ਕਹਿੰਦੇ ਨੇ ਹੱਸੋਗੇ, ਖੁਸ਼ੀ ਚ ਰਹੋਗੇ, ਖੇੜੇ ਚ ਰਹੋਗੇ, ਚੜ੍ਹਦੀ ਕਲਾ ਚ ਰਹੋਗੇ, ਹੋਰ ਵੀ ਚੜ੍ਹਦੀ ਕਲਾ ਵਾਲੇ ਲੋਕ ਤੁਹਾਡੇ ਕੋਲ ਆਉਣਗੇ। ਢਹਿੰਦੀ ਕਲਾ ਚ ਚਲੇ ਜਾਓਗੇ, ਇਕੱਲੇ ਰਹਿ ਜਾਓਗੇ, ਆਈਸੋਲੇਟ ਹੋ ਜਾਓਗੇ। nobody want to actually go, nobody want to actually see those people. ਇਸ ਕਰਕੇ ਸਾਹਿਬ ਕਹਿੰਦੇ ਦਰ ਸੱਚਾ ਹੈ, ਤੇ ਜਿਹੜਾ ਖਾਲਕ ਆ ਉਹ ਖਲਕਤ ਦੇ ਮਿਆਨ ਵਿੱਚ ਹੀ ਬੈਠਾ ਆ।
ਉਹ ਬਾਹਰ ਨਹੀਂ ਖਲਕਤ ਤੋਂ, ਇਹ ਆਲੇ ਦੁਆਲੇ ਦੀ ਇੱਥੇ ਹੀ ਸੋਭਾ ਆ। ਜਿਹਨੂੰ ਇੱਥੇ ਉਸ ਲੈਵਲ ਤੇ ਸੋਭਾ, ਉਸ ਲੈਵਲ ਤੇ ਸੱਚੀ ਵਡਿਆਈ ਉਹ ਮਿਲ ਰਹੀ, ਉਹਨੂੰ ਜੀਵਨ ਜੀਣ ਦਾ ਆਨੰਦ ਰਸ ਮਿਲ ਰਿਹਾ, ਜਿੱਥੋਂ ਅੱਖਾਂ ਬੰਦ ਕਰਕੇ ਵਿਦਾ ਵੀ ਹੋਏਗਾ ਤਾਂ ਤੱਤਾਂ 'ਚ ਵਿਲਏ ਹੋਣਗੇ, ਉਹ ਮਾਲਕ ਦੇ ਦਰ ਤੇ ਵੀ ਸੋਭਾ ਮਿਲੇਗੀ। ਇਹ ਬਾਤ ਗੁਰੂ ਸਾਹਿਬ ਨੇ ਕੀਤੀ। ਇੱਕ ਪਦਾ ਹੋਰ ਕਹਿ ਕੇ ਵਾਈਂਡ ਅਪ ਕਰ ਦਿੰਦੇ ਆ, ਨਿਰਮਲ ਤੇ ਸਭ ਨਿਰਮਲ ਹੋ ਗਏ। ਨਿਰਮਲ ਦਾ ਸੋਰਸ ਵੀ ਨਿਰਮਲ ਹੀ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਜਿਹੜਾ ਹੈਗਾ ਆ ਕਮਾਓ ਮੈਲ ਤੇ ਹੋ ਜੋ ਨਿਰਮਲ। ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ, ਨਿਰਮਲ ਤੇ ਸਭ ਨਿਰਮਲ ਹੋਵੇ, ਨਿਰਮਲ ਮਨੁਆ ਹਰ ਸ਼ਬਦ ਪ੍ਰੋਵੈ। ਦਾਨੇ ਲੋਕ ਕਹਿੰਦੇ ਕੋਲ ਪੈਸਾ ਹੋਏ ਬਾਹਰੋਂ ਵੀ ਕਮਾ ਲੈਂਦਾ ਬੰਦਾ, ਕੋਲ ਅਕਲ ਹੋਏ ਬਾਹਰੋਂ ਵੀ ਮਿਲ ਜਾਂਦੀ ਏ, ਕੋਲ ਕੁਝ ਪਵਿੱਤਰਤਾ ਹੈ ਬਾਹਰੋਂ ਵੀ ਇਕੱਠੀ ਕਰ ਲੈਂਦੇ ਹੋ। ਇੱਥੇ ਬਚਨ ਆਇਆ ਨਿਰਮਲ ਮਨੁਆ ਹਰ ਸ਼ਬਦ ਪ੍ਰੋਵੈ, ਨਿਰਮਲ ਨਾਮ ਲੱਗੇ ਵਡਭਾਗੀ, ਨਿਰਮਲ ਨਾਮ ਸੁਹਾਵਣੇ ਆ। ਜਿਹੜੇ ਨਿਰਮਲ ਨਾਮ ਵਾਲੇ ਪਾਸੇ ਲੱਗ ਗਏ ਨਾ, ਉਹ ਵਾਕਿਆ 'ਚ ਉਸ ਸੁਹਾਵਣੇ ਨਾਮ ਦਾ ਰੂਪ ਹੁੰਦੇ ਲੱਗੇ ਗਏ। ਅਗਲੇ ਬਚਨਾਂ ਦੇ ਵਿੱਚ ਅਗੇਨ ਕੁਝ ਹੋਰ ਗੁਰੂ ਸਾਹਿਬ ਇੰਸਪੀਰੇਸ਼ਨ ਦਿੰਦਿਆਂ ਹੋਇਆਂ ਕੁਝ ਬਚਨ ਸਾਨੂੰ ਜਿਹੜਾ ਹੈਗਾ ਰਿਫਲੈਕਟ ਕਰਨਗੇ, ਜਿਨ੍ਹਾਂ ਦੇ ਵਿਚਾਰ ਆਉਂਦੇ ਸਮਝ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਭੁੱਲਾਂ ਗਲਤੀਆਂ ਨਾ ਚਤਾਰਨੀਆਂ, ਸਭ ਪ੍ਰੇਮ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।